भई अकाल की, तब चलायो पंथ, सब सिखन को हुक्म है, गुरु मानियो। सिख विरसा, सिख विरसा जान है साडी, इस नूं सारे प्यार करो। गुरुआं अते शहीदां दा तुसीं सारे ही सत्कार करो। सब तेरी वड्याई कोई ना हो ना जाने मेरा। आदि गुरु है ना मैं, जुगाद गुरु है ना मैं, वो सतगुरु है ना मैं, श्री गुरुदेव FM ਤੇ ਆਪ ਜੀ ਸਰਵਨ ਕਰ ਰਹੇ ਹੋ ਕੋਹਿਨੂਰ ਰੇਡੀਓ ਤੇ ਇਸ ਵੇਲੇ ਆਪ ਜੀ ਦੀ ਸੇਵਾ ਵਿੱਚ ਹਾਜ਼ਰ ਹੈ ਸਰਬਜੀਤ ਸਿੰਘ। ਆਓ ਸਭ ਤੋਂ ਪਹਿਲਾਂ ਗੁਰੂ ਬਖਸ਼ੀ ਫਤਿਹ ਪ੍ਰਵਾਨ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅੱਜ ਐਤਵਾਰ ਦਾ ਦਿਹਾੜਾ ਹੈ 29 ਭਾਦੋਂ ਸੰਮਤ 552 ਨਾਨਕ ਸ਼ਾਹੀ ਕੈਲੰਡਰ ਦੇ ਹਿਸਾਬ ਦੇ ਨਾਲ ਤੇ 13 ਸਤੰਬਰ 2020 ਅੰਗਰੇਜ਼ੀ ਕੈਲੰਡਰ ਦੇ ਹਿਸਾਬ ਦੇ ਨਾਲ ਅੱਜ ਦਾ ਸਿੱਖ ਵਿਰਸਾ ਪ੍ਰੋਗਰਾਮ ਲੈ ਕੇ ਆਪ ਜੀ ਦੀ ਸੇਵਾ ਵਿੱਚ ਹਾਜ਼ਰ ਹਾਂ ਤੇ ਸਾਡਾ ਸਾਥ ਰਹੇਗਾ ਪੂਰੇ 11 ਵਜੇ ਤੱਕ ਤੇ 11 ਵਜੇ ਚੱਲਾਂਗੇ ਅਸੀਂ ਗੁਰਦੁਆਰਾ ਗੁਰੂ ਤੇਗ ਬਹਾਦਰ ਸਾਹਿਬ ਜਿੱਥੋਂ ਆਪ ਜੀ ਸਿੱਧਾ ਪ੍ਰਸਾਰਣ ਸਰਵਨ ਕਰੋਗੇ। ਆਓ ਪ੍ਰੋਗਰਾਮ ਦੇ ਸ਼ੁਰੂ ਦੇ ਵਿੱਚ ਹਮੇਸ਼ਾ ਦੀ ਤਰ੍ਹਾਂ ਚੱਲਦੇ ਹਾਂ ਧੰਨ ਧੰਨ ਗੁਰੂ ਰਾਮਦਾਸ ਜੀ ਮਹਾਰਾਜ ਦੇ ਦਰਬਾਰ ਸਾਹਿਬ ਸ੍ਰੀ ਅੰਮ੍ਰਿਤਸਰ। नाम तेरे लाग रहा केवल रहा प्यार केवल रहा बाज प्यार
सर्वं साचा एक है, दूजा नाही कोई, दूजा नाही कोई, दूजा नाही कोई। सर्वं साचा एक है, दूजा नाही कोई, दूजा नाही कोई, दूजा नाही कोई। सर्वं साचा एक है, दूजा नाही कोई। ताकी सेवा सो करे, जाको नदर करे, ताकी सेवा सो करे, ताकी सेवा सो करे, ताकी सेवा सो करे, जाको नदर करे, जाको नदर करे। बाज प्यारे केवल रहा, केवल रहा, प्यारे केवल रहा, खुद बाज प्यारे केवल रहा, बाज प्यारे केवल रहा। वड्याई दे जित नाम तेरे लाग रहा, दूजा नाही कोई, दूजा नाही कोई, दूजा नाही कोई। इस आगे प्यारे जाए कहाँ, इस आगे प्यारे जाए कहाँ। केवल रहा प्यारे केवल रहा, खुद बाज प्यारे केवल रहा, केवल रहा प्यारे केवल रहा, खुद बाज प्यारे केवल रहा। सेमी साहिब अपना अबर न जाचो कोई, नानक ताका दास है, बिंद बिंद चुक चुक होए। साहिब तेरे नाम विटो, साहिब तेरे नाम विटो, साहिब तेरे नाम विटो, बिंद बिंद चुक चुक होए, बिंद बिंद चुक चुक होए। केवल रहा प्यारे केवल रहा, खुद बाज प्यारे केवल रहा, केवल रहा प्यारे केवल रहा, खुद बाज प्यारे केवल रहा, प्यारे केवल रहा। सावड़ आई दे जित नाम तेरे लाग रहा, सावड़ आई दे जित नाम तेरे लाग रहा। केवल रहा केवल रहा, खुद बाज प्यारे केवल रहा, केवल रहा
बाज प्यारे प्रेम रहा, खुद बाज प्यारे प्रेम रहा, खुद बाज प्यारे प्रेम रहा, वाहिगुरु। ਹੁਣੇ ਅਸੀਂ ਸੁਣ ਰਹੇ ਸੀ ਸਿੱਧਾ ਪ੍ਰਸਾਦ ਦਰਬਾਰ ਸਾਹਿਬ ਸ੍ਰੀ ਅੰਮ੍ਰਿਤਸਰ ਤੋਂ। ਆਓ ਚੱਲਦੇ ਹਾਂ ਧੰਨ ਧੰਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਵੱਲੋਂ ਬਖਸ਼ਿਸ਼ ਕੀਤੇ ਗਏ ਅੱਜ ਦੇ ਹੁਕਮਨਾਮੇ ਦੀ ਰਿਕਾਰਡਿੰਗ ਸਰਵਨ ਕਰਦੇ ਹਾਂ। ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ। ਸੋਹੀ ਮਹੱਲਾ ਚੌਥਾ। ਹਰ ਹਰ ਨਾਮ ਭਜਿਓ ਪੁਰਖੋਤਮ, ਸਭ ਬਿਨ ਸੇ ਦਾਲਦ ਦਲਘਾ। ਭਉ ਜਨਮ ਮਰਨਾ ਮੇਟਿਓ ਗੁਰ ਸ਼ਬਦੀ, ਹਰ ਅਸਥਿਰ ਸੇਵ ਸੁਖ ਸਮਘਾ। ਹਰ ਹਰ ਨਾਮ ਭਜਿਓ ਪੁਰਖੋਤਮ, ਸਭ ਬਿਨ ਸੇ ਦਾਲਦ ਦਲਘਾ। ਭਉ ਜਨਮ ਮਰਣਾ ਮੇਟਿਓ ਗੁਰ ਸ਼ਬਦੀ, ਹਰ ਅਸਥਿਰ ਸੇਵ ਸੁਖ ਸਮਘਾ। ਮੇਰੇ ਮਨ ਭਜ ਰਾਮ ਨਾਮ ਅਤ ਪਿਰਘਾ। ਮੈਂ ਮਨ ਤਨ ਅਰਪ ਧਰਿਓ ਗੁਰ ਆਗਣ, ਸਿਰ ਵੇਚ ਲਿਓ ਮੁੱਲ ਮਹਿੰਗਾ। ਰਹਾਉ ਨਰਪਤ ਰਾਜੇ ਰੰਗ ਰਸ ਮਾਣ ਹੈ, ਬਿਨ ਨਾਮੈ ਪਕੜ ਖੜੇ ਸਭ ਕਲਗਾ। ਧਰਮ ਰਾਏ ਸਿਰ ਡੰਡ ਲਗਨ, ਫਿਰ ਪਸ਼ੂਤਾਨੇ ਹੱਥ ਫਲਗਾ। ਹਰ ਰਾਖ ਰਾਖ ਜਨ ਕਿਰਮ ਤੁਮਾਰੇ, ਸ਼ਰਨਾਗਤ ਪੁਰਖ ਪ੍ਰਤਪਲਘਾ। ਦਰਸ਼ਨ ਸੰਤ ਦੇਹੋ ਸੁਖ ਪਾਵੈ, ਪ੍ਰਭ ਲੋਚ ਪੂਰ ਜਨ ਤੁਮਘਾ। ਤੁਮ ਸਮਰੱਥ ਪੁਰਖ ਵੱਡੇ ਪ੍ਰਭ ਸੁਆਮੀ, ਮੋਕੋ ਕੀਜੈ ਦਾਨ ਹਰ ਨਿਮਘਾ। ਜਨ ਨਾਨਕ ਨਾਮ ਮਿਲੈ ਸੁਖ ਪਾਵੈ, ਹਮ ਨਾਮ ਵਿਟਹੁ ਸਦ ਘੁਮਗਾ। ਤੁਮ ਸਮਰੱਥ ਪੁਰਖ ਵੱਡੇ ਪ੍ਰਭ ਸੁਆਮੀ, ਮੋਕੋ ਕੀਜੈ ਦਾਨ ਹਰ ਨਿਮਘਾ। ਜਨ ਨਾਨਕ ਨਾਮ ਮਿਲੈ ਸੁਖ ਪਾਵੈ, ਹਮ ਨਾਮ ਵਿਟਹੁ ਸਦ ਘੁਮਗਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
ਸੋਹੀ ਮਹੱਲਾ ਚੌਥਾ। ਹਰ ਹਰ ਨਾਮ ਭਜਿਓ ਪੁਰਖ ਉਤਮ, ਸਭ ਬਿਨਸੇ ਦਾਲਦ ਦਲਗਾ। ਭਉ ਜਨਮ ਮਰਨਾ ਮੇਟਿਓ ਗੁਰ ਸ਼ਬਦੀ, ਹਰ ਅਸਥਿਰ ਸੇਵ ਸੁਖ ਸਮਘਾ। ਹੁਣੇ ਅਸੀਂ ਸੁਣ ਰਹੇ ਸੀ ਧੰਨ ਧੰਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਵੱਲੋਂ ਬਖਸ਼ਿਸ਼ ਕੀਤੇ ਗਏ ਅੱਜ ਦੇ ਹੁਕਮਨਾਮੇ ਦੀ ਰਿਕਾਰਡਿੰਗ। ਇਹ ਹੁਕਮਨਾਮਾ ਸਤਿਗੁਰੂ ਜੀ ਨੇ ਅਪਾਰ ਕਿਰਪਾ ਕਰਕੇ ਸਾਨੂੰ ਦਰਬਾਰ ਸਾਹਿਬ ਸ੍ਰੀ ਅੰਮ੍ਰਿਤਸਰ ਵਿਖੇ ਅੱਜ ਸੁਬਾਹ ਬਖਸ਼ਿਸ਼ ਕੀਤਾ ਹੈ। ਅੱਜ ਦਾ ਹੁਕਮਨਾਮਾ ਰਾਗ ਸੂਹੀ ਦੇ ਵਿੱਚ ਚੌਥੇ ਪਾਤਸ਼ਾਹ ਗੁਰੂ ਰਾਮਦਾਸ ਜੀ ਮਹਾਰਾਜ ਉਹਨਾਂ ਦਾ ਉਚਾਰਨ ਕੀਤਾ ਹੋਇਆ ਸ਼ਬਦ ਹੈ, ਜਿਹੜਾ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੇ 731 ਅੰਗ ਤੇ ਸ਼ਿਸ਼ੋਭਤ ਹੈ। ਅੱਜ ਦੇ ਹੁਕਮਨਾਮੇ ਦੀ ਪੰਜਾਬੀ ਵਿਆਖਿਆ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਇਸ ਤਰ੍ਹਾਂ ਪ੍ਰਕਾਸ਼ਿਤ ਕੀਤੀ ਹੈ। ਸੂਹੀ ਮਹੱਲਾ ਚੌਥਾ। ਇਹ ਭਾਈ, ਜਿਸ ਮਨੁੱਖ ਨੇ ਪਰਮਾਤਮਾ ਦਾ ਨਾਮ ਜਪਿਆ ਹੈ, ਹਰੀ ਉੱਤਮ ਪੁਰਖ ਨੂੰ ਜਪਿਆ ਹੈ, ਉਹਦੇ ਸਾਰੇ ਦਲਾਂ ਦੇ ਦਲ ਨਾਸ ਹੋ ਗਏ ਨੇ। ਗੁਰੂ ਦੇ ਸ਼ਬਦ ਵਿੱਚ ਜੁੜ ਕੇ ਉਸ ਮਨੁੱਖ ਨੇ ਜਨਮ ਮਰਨ ਦਾ ਡਰ ਵੀ ਮੁਕਾ ਲਿਆ। ਸਦਾ ਸਥਿਰ ਰਹਿਣ ਵਾਲੇ ਪਰਮਾਤਮਾ ਦੀ ਸੇਵਾ ਭਗਤੀ ਕਰਕੇ ਉਹ ਆਨੰਦ ਵਿੱਚ ਲੀਨ ਹੋ ਗਿਆ। ਹੇ ਮੇਰੇ ਮਨ, ਸਦਾ ਪਰਮਾਤਮਾ ਦਾ ਅਤ ਪਿਆਰਾ ਨਾਮ ਸਿਮਰਿਆ ਕਰ। ਹੇ ਭਾਈ, ਮੈਂ ਆਪਣਾ ਮਨ, ਆਪਣਾ ਸਰੀਰ ਭੇਟਾ ਕਰਕੇ ਗੁਰੂ ਦੇ ਅੱਗੇ ਰੱਖ ਦਿੱਤਾ ਹੈ। ਮੈਂ ਆਪਣਾ ਸਿਰ ਮਹਿੰਗੇ ਮੁੱਲ ਦੇ ਬੱਟੇ ਵੇਚ ਦਿੱਤਾ ਹੈ, ਭਾਵ ਕਿ ਮੈਂ ਸਿਰ ਦੇ ਇਵਜ ਕੀਮਤੀ ਹਰੀ ਨਾਮ ਲੈ ਲਿਆ ਹੈ। ਸਤਿਗੁਰੂ ਜੀ ਵਿਸ਼ਰਾਮ ਦੇ ਕੇ ਅੱਗੇ ਫਰਮਾਉਂਦੇ ਨੇ, ਹੇ ਭਾਈ, ਦੁਨੀਆ ਦੇ ਰਾਜੇ ਮਹਾਰਾਜੇ ਮਾਇਆ ਦੇ ਰੰਗ ਰਸ ਮਾਣਦੇ ਰਹਿੰਦੇ ਨੇ, ਨਾਮ ਤੋਂ ਸਖਣੇ ਰਹਿੰਦੇ ਨੇ। ਉਹਨਾਂ ਸਭਨਾਂ ਨੂੰ ਆਤਮਕ ਮੌਤ ਫੜ ਕੇ ਅੱਗੇ ਲਾ ਕੇ ਲੈ ਜਾਂਦੀ ਹੈ। ਜਦੋਂ ਉਹਨਾਂ ਨੂੰ ਕੀਤੇ ਕਰਮਾਂ ਦਾ ਫਲ ਮਿਲਦਾ ਹੈ, ਜਦੋਂ ਧਰਮ ਰਾਜ ਦਾ ਡੰਡਾ ਸਿਰ ਤੇ ਵੱਜਦਾ ਹੈ, ਤਦੋਂ ਪਛਤਾਉਂਦੇ ਨੇ। ਹੇ ਹਰੀ, ਹੇ ਪਾਲਣਹਾਰ, ਸਰਵ ਵਿਆਪਕ, ਅਸੀਂ ਤੇਰੇ ਪੈਦਾ ਕੀਤੇ ਨਿਮਾਣੇ ਜੀਵ ਹਾਂ। ਅਸੀਂ ਤੇਰੀ ਸ਼ਰਨ ਆਏ ਹਾਂ, ਤੂੰ ਆਪ ਆਪਣੇ ਸੇਵਕਾਂ ਦੀ ਰੱਖਿਆ ਕਰ। ਹੇ ਪ੍ਰਭੂ, ਮੈਂ ਤੇਰਾ ਦਾਸ ਹਾਂ, ਦਾਸ ਦੀ ਤਾਂਘ ਪੂਰੀ ਕਰ। ਇਸ ਦਾਸ ਨੂੰ ਸੰਤ ਜਨਾਂ ਦੇ ਦਰਸ਼ਨ ਬਖਸ਼, ਤਾਂ ਕਿ ਇਹ ਦਾਸ ਆਤਮਕ ਆਨੰਦ ਪ੍ਰਾਪਤ ਕਰ ਸਕੇ। ਹੇ ਪ੍ਰਭੂ, ਇਹ ਸਭ ਤੋਂ ਵੱਡੇ ਮਾਲਕ, ਤੂੰ ਸਾਰੀਆਂ ਤਾਕਤਾਂ ਦਾ ਮਾਲਕ ਪੁਰਖ ਹੈ। ਮੈਨੂੰ ਇੱਕ ਛਿਨ ਵਾਸਤੇ ਵੀ ਹੀ ਆਪਣਾ ਨਾਮ ਦਾ ਦਾਨ ਦੇ ਦੇ। ਚੌਥੇ ਨਾਨਕ ਗੁਰੂ ਰਾਮਦਾਸ ਜੀ ਮਹਾਰਾਜ ਫਰਮਾਉਂਦੇ ਨੇ, ਜਿਸ ਨੂੰ ਪ੍ਰਭੂ ਦਾ ਨਾਮ ਪ੍ਰਾਪਤ ਹੁੰਦਾ ਹੈ, ਉਹ ਆਨੰਦ ਮਾਣਦਾ ਹੈ। ਤੇ ਸਤਿਗੁਰ ਕਹਿੰਦੇ ਨੇ ਕਿ ਮੈਂ ਸਦਾ ਹਰੀ ਨਾਮ ਤੋਂ ਸਦਕੇ ਜਾਂਦਾ ਹਾਂ। ਇਹ ਸੀ ਅੱਜ ਦੇ ਹੁਕਮਨਾਮੇ ਦੀ ਪੰਜਾਬੀ ਵਿਆਖਿਆ। ਆਓ ਇੱਕ ਸ਼ਬਦ ਰਾਗ ਸੂਹੀ ਦੇ ਵਿੱਚ ਸਰਵਣ ਕਰਦੇ ਹਾਂ, ਜਿਸ ਨੂੰ ਗਾਇਨ ਕੀਤਾ ਹੈ ਭਾਈ ਬਲਵੀਰ ਸਿੰਘ ਜੀ ਨੇ।
राग सूही महला तीजा हों क्या सलाही किरम जंत हों क्या सलाही किरम जंत वड्डी तेरी वड्डियाई वड्डी तेरी वड्डियाई सलाही किरम जंत क्या सलाही किरम जंत वड्डी तेरी सलाही किरम जंत क्या सलाही किरम जंत वड्डी तेरी वड्डियाई तू अगम दयाल अगम है तू अगम दयाल अगम है आप ले मिलाई वड्डी तेरी वड्डियाई हो क्या सलाही किरम जंत वड्डी तेरी वड्डियाई मैं तुझ बिन बेली को नहीं मैं तुझ बिन बेली को नहीं
ਵੱਡੀ ਤੇਰੀ ਵਡਿਆਈ ਜੋ ਤੇਰੀ ਸਰਨਾਗਤੀ ਜੋ ਤੇਰੀ ਸਰਨਾਗਤੀ ਦਿਨ ਲੈ ਛਡਾਈ ਨਾਨਕ ਵੇ ਪਰਵਾਹ ਹੈ ਨਾਨਕ ਵੇ ਪਰਵਾਹ ਹੈ ਤਿਸ ਦਿਲ ਨਾ ਤਮਾਈ ਵੱਡੀ ਤੇਰੀ ਵਡਿਆਈ ਨਾਨਕ ਵੇ ਪਰਵਾਹ ਹੈ ਨਾਨਕ ਵੇ ਪਰਵਾਹ ਹੈ ਤਿਸ ਤਿਲ ਨਾ ਤਮਾਈ ਵੱਡੀ ਤੇਰੀ ਵਡਿਆਈ ਵੱਡੀ ਤੇਰੀ ਵਡਿਆਈ ਵਡਿਆਈ ਹਾਂਜੀ, ਇਹ ਸਨ ਭਾਈ ਬਲਵੀਰ ਸਿੰਘ ਜੀ, ਜਿਨ੍ਹਾਂ ਦੀ ਆਵਾਜ਼ ਦੇ ਵਿੱਚ ਅਸੀਂ ਸ਼ਬਦ ਸਰਵਨ ਕੀਤਾ ਹੈ ਰਾਗ ਸੂਹੀ ਦੇ ਵਿੱਚ। ਆਓ ਚੱਲਦੇ ਹਾਂ ਹੁਣ ਅੱਜ ਦੇ ਹੁਕਮਨਾਮੇ ਦੀ ਇੰਗਲਿਸ਼ ਟਰਾਂਸਲੇਸ਼ਨ ਵੱਲ, ਜਿਹੜੀ ਧੰਨਵਾਦ ਸਹਿਤ ਅਸੀਂ ਪ੍ਰਾਪਤ ਕੀਤੀ ਹੈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵੈਬਸਾਈਟ ਤੋਂ। ਸੂਹੀ ਫੋਰਥ ਮਹਿਲ। I chant and vibrate the name of the Lord, the Supreme Being. Har Har. My poverty and problems have been eradicated. The fear of birth and death has been erased. Through the word of the Guru's Shabad, serving the unmoving, unchanging Lord, I am observed in peace. O my mind, vibrate the name of the most beloved, darling Lord. I have dedicated my mind and body and placed them in offering before the Guru. I have sold my head to the Guru for a very dear price. Pause. The kings and the rulers enjoy pleasures and delights, but without the name of the Lord. Death seizes and dispatches them all. The righteous judge of Dharma strikes them
over the head with his staff, and when the fruits of their actions come into their hands, then they regret and repent. Save me, Lord. I am your humble servant, a mere worm. I seek the protection of your sanctuary, O primal Lord, cherisher and nourisher. Please bless me with the blessed version of Sant Darshan, that I may find peace. O God, please fulfill the desires of your humble servant. You are the all-powerful, great, primal God, my Lord and Master. O Lord, please bless me with the gift of humility. Servant Nanak has found the name of the Lord, and is at peace. I am forever a sacrifice to the Naam. ਇਹ ਸੀ ਅੱਜ ਦੇ ਹੁਕਮਨਾਮੇ ਦੀ ਇੰਗਲਿਸ਼ ਟ੍ਰਾਂਸਲੇਸ਼ਨ। ਆਓ ਚੱਲਦੇ ਹਾਂ, ਅਗਲਾ ਸ਼ਬਦ ਸਰਵਨ ਕਰਦੇ ਹਾਂ। जानत हो
ਹਾਂਜੀ, ਇਹ ਸਨ ਭਾਈ ਮਨਿੰਦਰ ਸਿੰਘ ਜੀ ਸ੍ਰੀਨਗਰ ਵਾਲੇ, ਜਿਨ੍ਹਾਂ ਦੀ ਆਵਾਜ਼ ਦੇ ਵਿੱਚ ਅਸੀਂ ਇਹ ਸ਼ਬਦ ਸਰਵਣ ਕੀਤਾ ਤੇ ਆਪ ਜੀ ਸੁਣ ਰਹੇ ਹੋ ਕੋਹਿਨੂਰ ਰੇਡੀਓ 97.3 FM ਤੇ। ਆਓ ਇਸ ਸ਼ਬਦ ਦੇ ਜਿਹੜੇ ਸ਼ਬਦ ਅਰਥ ਨੇ ਉਹ ਆਪ ਜੀ ਦੇ ਨਾਲ ਸਾਂਝੇ ਕਰਦੇ ਹਾਂ। ਇਹ ਸ਼ਬਦ ਭਗਤ ਰਵਿਦਾਸ ਜੀ ਮਹਾਰਾਜ ਉਹਨਾਂ ਦਾ ਉਚਾਰਨ ਕੀਤਾ ਹੈ ਤੇ ਜਿਹੜੀਆਂ ਪੰਕਤੀਆਂ ਸ਼ੁਰੂ ਦੇ ਵਿੱਚ ਆਉਂਦੀਆਂ ਨੇ ਉਹ ਹੈ, ਜੋ ਹਮ ਬਾਧੇ ਮੋਹ ਫਾਸ ਹਮ ਪ੍ਰੇਮ ਬੰਧਨ ਤੁਮ ਬਾਧੇ। ਸੋ ਹੇ ਮਾਧਵ, ਜੇ ਅਸੀਂ ਮੋਹ ਦੀ ਫਾਹੀ ਦੇ ਵਿੱਚ ਬੱਝੇ ਹੋਏ ਹਾਂ ਤਾਂ ਅਸਾਂ ਤੈਨੂੰ ਆਪਣੇ ਪਿਆਰ ਦੀ ਰੱਸੀ ਦੇ ਨਾਲ ਬੰਨ੍ਹ ਲਿਆ ਹੈ। If I am bound by the noose of emotional attachment, then I shall bind you, Lord, with the bonds of love. ਭਗਤ ਰਵਿਦਾਸ ਜੀ ਮਹਾਰਾਜ ਅੱਗੇ ਫਰਮਾਉਂਦੇ ਨੇ, ਆਪਣੇ ਛੂਟਨ ਕੋ ਜਤਨ ਕਰੋ, ਹਮ ਛੂਟੇ ਤੁਮ ਆਰਾਧੇ। ਅਸੀਂ ਤਾਂ ਉਹ ਮੋਹ ਦੀ ਫਾਹੀ ਦੇ ਵਿੱਚੋਂ ਤੈਨੂੰ ਸਿਮਰ ਕੇ ਨਿਕਲ ਆਏ ਹਾਂ, ਤੂੰ ਸਾਡੇ ਪਿਆਰ ਦੀ ਜਕੜ ਵਿੱਚੋਂ ਹੇ ਪ੍ਰਮਾਤਮਾ ਕਿਵੇਂ ਨਿਕਲੇਂਗਾ। Go ahead and try to escape, Lord. I have escaped by worshipping and adoring you. ਮਾਧਵੇ ਜਾਨਤ ਹਉ ਜੈਸੀ ਤੈਸੀ। ਹੇ ਮਾਧਵ, ਤੇਰੇ ਭਗਤ ਜਿਹੋ ਜਿਹਾ ਪਿਆਰ ਤੇਰੇ ਨਾਲ ਕਰਦੇ ਨੇ ਉਹ ਤੈਥੋਂ ਲੁਕਿਆ ਨਹੀਂ ਰਹਿ ਸਕਦਾ, ਭਾਵ ਕਿ ਤੂੰ ਚੰਗੀ ਤਰ੍ਹਾਂ ਜਾਣਦਾ ਹੈ। O Lord, you know my love for you. ਅਬ ਕਹਾਂ ਕਰੋਗੇ ਐਸੀ ਰਹਾਓ। ਐਸੀ ਪ੍ਰੀਤ ਦੇ ਹੁੰਦਿਆਂ ਤੂੰ ਜ਼ਰੂਰ ਉਹਨਾਂ ਨੂੰ ਮੋਹ ਤੋਂ ਬਚਾਈ ਰੱਖਦਾ ਹੈ। ਇਹ ਰਹਾਓ ਦੀ ਪੰਕਤੀ ਹੈ। Now what will you do? Pause. ਮੀਨ ਪਕਰ ਫਾਂਕਿਓ ਅਰ ਕਾਟਿਓ, ਰਾਧ ਕੀਓ ਬਹੁਬਾਨੀ। ਸਾਡਾ ਤੇਰੇ ਨਾਲ ਪਿਆਰ ਵੀ ਉਹ ਹੈ ਜੋ ਮੱਛੀ ਨੂੰ ਪਾਣੀ ਦੇ ਨਾਲ ਹੁੰਦਾ ਹੈ। ਅਸਾਂ ਮਰ ਕੇ ਵੀ ਤੇਰੀ ਯਾਦ ਨਹੀਂ ਛੱਡਣੀ। ਜਿਵੇਂ ਕਿ ਮੱਛੀ ਪਾਣੀ ਦੇ ਵਿੱਚੋਂ ਫੜ ਕੇ ਫਾਂਕਾਂ ਕਰ ਦਈਏ, ਟੋਟੇ ਕਰ ਦਈਏ ਤਾਂ ਕਈ ਤਰ੍ਹਾਂ ਰਿੰਨ ਲਈਏ। A fish is caught, cut up and cooked in many different ways. ਖੰਡ ਖੰਡ ਕਰ ਭੋਜਨ ਕੀਨੋ, ਤਉ ਨ ਬਿਸਰਿਓ ਪਾਣੀ। ਫਿਰ ਰਤਾ ਰਤਾ ਕਰਕੇ ਉਸ ਮੱਛੀ ਨੂੰ ਖਾ ਲਈਏ, ਫਿਰ ਵੀ ਉਹ ਮੱਛੀ ਨੂੰ ਪਾਣੀ ਨਹੀਂ ਭੁੱਲਦਾ। ਜਿਸ ਖਾਣ ਵਾਲੇ ਦੇ ਪੇਟ ਵਿੱਚ ਜਾਂਦੀ ਹੈ ਉਸ ਨੂੰ ਵੀ ਪਾਣੀ ਦੀ ਪਿਆਸ ਲਗਾ ਦਿੰਦੀ ਹੈ ਤੇ ਉਹ ਬਾਰ-ਬਾਰ ਪਾਣੀ ਪੀਂਦਾ ਹੈ। Bit by bit it is eaten, but still it does not forget the water. ਆਪਨ ਬਾਪੈ ਨਾਹੀ ਕਿਸੀ ਕੋ, ਭਾਵਨ ਕੋ ਹਰ ਰਾਜਾ। ਜਗਤ ਦਾ ਮਾਲਕ ਹਰੀ, ਕਿਸੇ ਦੇ ਪਿਓ ਦੀ ਜੱਦੀ ਮਲਕੀਅਤ ਨਹੀਂ ਹੈ। ਉਹ ਤਾਂ ਪ੍ਰੇਮ ਦਾ ਬੱਝਾ ਹੋਇਆ ਹੈ। The Lord our King is father to no one except those who love him. ਮੋਹ ਪਟਲ ਸਭ ਜਗਤ ਪਿਆਪਿਓ, ਭਗਤ ਨਹੀਂ ਸੰਤਾਪਾ। ਇਸ ਪ੍ਰੇਮ ਤੋਂ ਵਾਂਝਿਆਂ ਹੋਇਆਂ ਸਾਰਾ ਜਗਤ ਮੋਹ ਦੇ ਪਰਦੇ ਵਿੱਚ ਫਸਿਆ ਪਿਆ ਹੈ, ਪਰ ਪ੍ਰਭੂ ਦੇ ਨਾਲ ਪ੍ਰੇਮ ਕਰਨ ਵਾਲੇ ਭਗਤਾਂ ਨੂੰ ਇਸ ਮੋਹ ਦਾ ਕੋਈ ਕਲੇਸ਼ ਨਹੀਂ ਹੁੰਦਾ। The veil of emotional attachment has been cast over the entire world, but it does not bother the Lord's devotee. ਕਹਿ ਰਵਿਦਾਸ ਭਗਤ ਇੱਕ ਵਾਢੀ, ਅਬ ਇਹ ਕਾਸਿਓ ਕਹੀਐ। ਭਗਤ ਰਵਿਦਾਸ ਜੀ ਮਹਾਰਾਜ ਕਹਿੰਦੇ ਨੇ, ਹੇ ਮਾਧਵ, ਮੈਂ ਇੱਕ ਤੇਰੀ ਭਗਤੀ ਆਪਣੇ ਹਿਰਦੇ ਵਿੱਚ ਇਤਨੀ ਦ੍ਰਿੜ ਕੀਤੀ ਹੈ ਕਿ ਮੈਨੂੰ ਹੁਣ ਕਿਸੇ ਨਾਲ ਇਹ ਗਿਲਾ ਕਰਨ ਦੀ ਲੋੜ ਨਹੀਂ ਰਹਿ ਗਈ। Says Ravidas, my devotion to one Lord is increasing. Now, who can I tell this to? ਜਾਂ ਕਾਰਨ ਹਮ ਤੁਮ ਆਰਾਧੇ, ਸੋ ਦੁਖ ਅਜਹੂ ਸਹੀ ਹੈ। ਜਿਸ ਮੋਹ ਤੋਂ ਬਚਣ ਲਈ ਮੈਂ ਤੇਰਾ ਸਿਮਰਨ ਕਰ ਰਿਹਾ ਸਾਂ, ਉਹ ਮੋਹ ਦਾ ਦੁੱਖ ਮੈਨੂੰ ਹੁਣ ਤੱਕ ਸਹਾਰਨਾ ਪੈ ਰਿਹਾ ਹੈ। ਭਾਵ ਉਹ ਮੋਹ ਦਾ ਹੁਣ ਮੇਰੇ ਅੰਦਰ ਨਾਮ ਨਿਸ਼ਾਨ ਨਹੀਂ ਰਹਿ ਗਿਆ।
that which brought me to the worship and adore you, I am still suffering that pain। ਇਹ ਸੀ ਇਸ ਸ਼ਬਦ ਦੇ ਸ਼ਬਦ ਅਰਥ ਤੇ ਇੰਗਲਿਸ਼ ਟਰਾਂਸਲੇਸ਼ਨ। ਆਓ ਚੱਲਦੇ ਹਾਂ, ਅਗਲਾ ਸ਼ਬਦ ਸਰਵਣ ਕਰਦੇ ਹਾਂ ਤੇ ਉਸ ਤੋਂ ਬਾਅਦ ਜਿਹੜੇ ਅਸੀਂ ਲੜੀਵਾਰ ਪ੍ਰਸੰਗ ਭਜਨ ਬੰਦਗੀ ਦਾ ਪ੍ਰਤਾਪ ਉਸ ਕਿਤਾਬ ਦੇ ਵਿੱਚੋਂ ਸੋਢੀ ਹਰਭਜਨ ਸਿੰਘ ਜੀ ਦੇ ਲਿਖੇ ਹੋਏ ਆਪ ਦੇ ਨਾਲ ਸ਼ੇਅਰ ਕਰਦੇ ਆ ਰਹੇ ਹਾਂ, ਉਹਨਾਂ ਨੂੰ ਅੱਜ ਵੀ ਸ਼ੇਅਰ ਕਰਾਂਗੇ। ਉਹਨਾਂ ਦੀਆਂ ਕੁਝ ਜਿਹੜੀਆਂ ਉਹਨਾਂ ਦੇ ਪਰਸਨਲ ਐਕਸਪੀਰੀਅੰਸ ਜਿਹੜੇ ਇਸ ਦੁਨੀਆ ਦੇ ਵਿੱਚ ਜਦੋਂ ਉਹ ਵਿਚਰੇ ਉਹਨਾਂ ਨੇ ਕੀਤੇ, ਉਹ ਸਾਡੇ ਨਾਲ ਸਾਂਝੇ ਕਰ ਗਏ ਨੇ ਇਸ ਬੁੱਕ ਦੇ ਵਿੱਚ, ਅਸੀਂ ਆਪ ਜੀ ਦੇ ਨਾਲ ਸਾਂਝੇ ਕਰਾਂਗੇ। ਆਓ ਚੱਲਦੇ ਹਾਂ, ਅਗਲਾ ਸ਼ਬਦ ਸਰਵਣ ਕਰਦੇ ਹਾਂ। ਹਰਿ ਰਾਮ ਨਾਮ ਜਪਦਾ, ਰਾਮ ਨਾਮ ਜਪਲਾ, ਰਾਮ ਨਾਮ ਜਪਲਾ, ਰਾਮ ਨਾਮ ਜਪਲਾ, ਗਤ ਪਾਵੇ ਸੁਖ ਸਹਿਜ ਆਨੰਦਾ, ਕਾਟ ਜਮ ਕੇ ਪਾਰ, ਕਾਟ ਜਮ ਕੇ ਪਾਰ, ਗਤ ਪਾਵੇ ਸੁਖ ਸਹਿਜ ਆਨੰਦਾ, ਕਾਟ ਜਮ ਕੇ ਪਾਰ, ਕਾਟ ਜਮ ਕੇ ਪਾਰ, ਹਰਿ ਰਾਮ ਨਾਮ ਜਪਲਾ, ਰਾਮ ਨਾਮ ਜਪਲਾ, ਹਰਿ ਰਾਮ ਨਾਮ ਜਪਲਾ, ਰਾਮ ਨਾਮ ਜਪਲਾ। ਖੋਜਤ ਖੋਜਤ ਖੋਜ ਵਿਚਾਰਿਓ, ਹਰ ਸੰਤ ਜਨਾ ਪੈ ਆ, ਸੰਤ ਜਨਾ ਪੈ ਆ, ਖੋਜਤ ਖੋਜਤ ਖੋਜ ਵਿਚਾਰਿਓ, ਹਰ ਸੰਤ ਜਨਾ ਪੈ ਆ, ਸੰਤ ਜਨਾ ਪੈ ਆ, ਤਿਨਾ ਪਰਾਪਤ ਇਹੋ ਨਿਦਾਨਾ, ਜਿਨ ਕੈ ਕਰਮ ਲਿਖਾ, ਜਿਨ ਕੈ ਕਰਮ ਲਿਖਾ, ਤਿਨਾ ਪਰਾਪਤ ਇਹੋ ਨਿਦਾਨਾ, ਜਿਨ ਕੈ ਕਰਮ ਲਿਖਾ, ਜਿਨ ਕੈ ਕਰਮ ਲਿਖਾ, ਹਰਿ ਰਾਮ ਨਾਮ ਜਪਲਾ, ਰਾਮ ਨਾਮ ਜਪਲਾ, ਹਰਿ ਰਾਮ ਨਾਮ ਜਪਲਾ, ਰਾਮ ਨਾਮ ਜਪਲਾ, ਗਤ ਪਵੇ ਸੁਖ ਸਹਿਜ ਆਨੰਦਾ, ਕਾਟ ਜਮ ਕੇ ਪਾਰ, ਕਾਟ ਜਮ ਕੇ ਪਾਰ, ਗਤ ਪਵੇ ਸੁਖ ਸਹਿਜ ਆਨੰਦਾ, ਕਾਟ ਜਮ ਕੇ ਪਾਰ, ਕਾਟ ਜਮ
ਹਰਿ ਰਾਮ ਨਾਮ ਜਪ ਲਾ ਰਾਮ ਨਾਮ ਜਪ ਲਾ ਹਰਿ ਰਾਮ ਨਾਮ ਜਪ ਲਾ ਰਾਮ ਨਾਮ ਜਪ ਲਾ सेवट भागी से पतवंते से पूरे शाह से पूरे शाह सुंदर सुगढ़ स्वरूप ते नानक जिन हर हर नाम विरसा स्वरूप ते नानक जिन हर हर नाम विसार हर हर नाम विसार हर राम नाम जप ला राम नाम जप ला हर राम नाम जप ला राम नाम जप ला गत पावे सुख सहज आनंदा काटे जम के पहाड़ काटे जम के पहाड़ गत पावे सुख सहज आनंदा काटे जम के पहाड़ काटे जम के पहाड़ हरि राम नाम जप ला राम नाम जप ला हरि राम नाम जप ला राम नाम जप ला हरि राम नाम जप ला राम नाम जप ला हरि राम नाम जप ला राम नाम जप ला हरि राम नाम जप ला राम नाम ਹਾਂਜੀ ਇਹ ਸਨ ਸੰਤ ਅਨੂਪ ਸਿੰਘ ਜੀ ਉਹਨਾਂ ਸਾਹਿਬ ਵਾਲੇ ਜਿਨ੍ਹਾਂ ਦੀ ਆਵਾਜ਼ ਦੇ ਵਿੱਚ ਅਸੀਂ ਸ਼ਬਦ ਸਰਵਣ ਕੀਤਾ ਹੈ। ਆਪ ਜੀ ਸੁਣ ਰਹੇ ਹੋ ਕੋਹਿਨੂਰ ਰੇਡੀਓ 97.3 FM ਤੇ ਸਾਡਾ ਸਾਥ ਰਹੇਗਾ ਪੂਰੇ 11 ਵਜੇ ਤੱਕ। ਪ੍ਰੋਗਰਾਮ ਦੂਸਰੇ ਹਿੱਸੇ ਵਿੱਚ ਪਹੁੰਚ ਚੁੱਕਾ ਹੈ। ਆਪ ਜੀ ਦਾ ਬਹੁਤ ਬਹੁਤ ਸਵਾਗਤ ਹੈ। ਅਗਰ ਆਪ ਜੀ ਨੇ ਪ੍ਰੋਗਰਾਮ ਹੁਣੇ ਸੁਣਨਾ ਸ਼ੁਰੂ ਕੀਤਾ ਹੈ ਤੇ ਦਿਲ ਦੀਆਂ ਗਹਿਰਾਈਆਂ ਤੋਂ ਪਿਆਰ ਭਰੀ ਸਤਿ ਸ੍ਰੀ ਅਕਾਲ। ਤੇ ਆਓ ਜਿਵੇਂ ਕਿ ਅਸੀਂ ਪਹਿਲੇ ਕਿਹਾ ਸੀ ਕਿ ਭਜਨ ਬੰਦਗੀ ਦਾ ਪ੍ਰਤਾਪ ਸੋਢੀ ਹਰਭਜਨ ਸਿੰਘ ਜੀ ਦੇ ਲਿਖੇ ਹੋਏ ਸ਼ਬਦ ਆਪ ਜੀ ਦੇ ਨਾਲ ਅਸੀਂ ਸਾਂਝੇ ਕਰਦੇ ਆ ਰਹੇ ਹਾਂ। ਤੇ ਅੱਜ ਜਿਹੜਾ ਹੈ ਅਸੀਂ ਉਹਨਾਂ ਦੇ ਕੁਝ ਹੱਡ ਬੀਤੀਆਂ ਕੁਝ ਜਗ ਬੀਤੀਆਂ ਦੇ ਸ਼ੀਰਸ਼ਕ ਥੱਲੇ ਉਹਨਾਂ ਨੇ ਜਿਹੜੀਆਂ ਗੱਲਾਂ ਲਿਖੀਆਂ ਨੇ ਉਹ ਆਪ ਜੀ ਦੇ ਨਾਲ ਸਾਂਝੀਆਂ ਕਰਦੇ ਹਾਂ। ਭਾਵੇਂ ਇਹ ਉਹਨਾਂ ਨੇ ਆਪਣੀਆਂ ਹੱਡ ਬੀਤੀਆਂ ਜਾਂ ਜਗ ਬੀਤੀਆਂ ਲਿਖੀਆਂ ਨੇ ਪਰ ਉਹਦਾ ਮਕਸਦ ਹੁੰਦਾ ਹੈ ਸਾਨੂੰ ਕੋਈ ਨਾ ਕੋਈ ਸੇਧ ਇਹ ਤੋਂ ਮਿਲੇ। ਪਹਿਲੀ ਜਿਹੜੀ ਗੱਲ ਉਹ ਲਿਖਦੇ ਨੇ ਗੁਆਚੇ ਦੀ ਭਾਲ। ਲਿਖਦੇ ਨੇ ਕਿ ਦਾਸ ਦਾ ਘਰ ਅੰਮ੍ਰਿਤਸਰ ਸ਼ਹਿਰ ਦੇ ਵਿੱਚ ਪੁਰਾਣੇ ਮਿਸ਼ਰੀ ਬਾਜ਼ਾਰ ਜਿਹਨੂੰ ਕਿ ਅੱਜ ਕੱਲ੍ਹ ਕਾਠੀਆਂ ਵਾਲਾ ਬਾਜ਼ਾਰ ਵੀ ਕਹਿੰਦੇ ਨੇ ਉੱਥੇ ਸੀ। ਦਾਸ ਦੀ ਉਮਰ 4 ਸਾਲ ਦੀ ਸੀ। ਇੱਕ ਦਿਨ ਮੈਂ ਆਪਣੇ ਪਿਤਾ ਜੀ ਦੇ ਨਾਲ ਦਰਬਾਰ ਸਾਹਿਬ ਦੇ ਦਰਸ਼ਨ ਕਰਨ ਲਈ ਜਾ ਰਿਹਾ ਸਾਂ। ਘਰ ਤੋਂ 10 ਕਦਮਾਂ ਦੇ ਇੱਕ ਸ਼ਿਵਾਲਾ ਸ਼ਿਵ ਜੀ ਦਾ ਮੰਦਿਰ ਸੀ, ਜਿੱਥੋਂ ਇੱਕ ਗਲੀ ਸਿੱਧੀ
ਥੜਾ ਸਾਹਿਬ ਨੂੰ ਜਾਂਦੀ ਸੀ। ਸ਼ਿਵਾਲੇ ਕੋਲ ਜਾ ਕੇ ਪਿਤਾ ਜੀ ਕਹਿਣ ਲੱਗੇ, ਕਾਕਾ ਤੂੰ ਘਰ ਤੋਂ ਕਸ਼ਹਿਰਾ ਤੌਲੀਆ ਲੈ ਆ ਤਾਂ ਕਿ ਦਰਬਾਰ ਸਾਹਿਬ ਵਿਖੇ ਸਰੋਵਰ ਵਿੱਚ ਇਸ਼ਨਾਨ ਕਰ ਆਈਏ। ਉਹ ਦਰਬਾਰ ਸਾਹਿਬ ਨੂੰ ਚਲੇ ਗਏ ਤੇ ਮੈਂ ਬਾਜ਼ਾਰ ਵੱਲ ਆ ਗਿਆ। ਰਸਤੇ ਦੇ ਵਿੱਚ ਇੱਕ ਜਨਾਨੀ 2 ਚਿੱਟੇ ਰੰਗ ਦੀਆਂ ਬਤਖਾਂ ਤੋਰ ਕੇ ਲੈ ਜਾ ਰਹੀ ਸੀ। ਬਤਖਾਂ ਬਹੁਤ ਸੋਹਣੀਆਂ ਸਨ। ਉਹਨਾਂ ਦੀ ਆਵਾਜ਼ ਨੇ ਮੇਰੇ ਮਨ ਨੂੰ ਮੋਹ ਲਿਆ। ਮੈਂ ਪਿਤਾ ਜੀ ਦਾ ਸੰਦੇਸ਼ ਭੁੱਲ ਕੇ ਉਹਨਾਂ ਦੇ ਪਿੱਛੇ ਲੱਗ ਤੁਰਿਆ। ਉਹ ਵੱਖੋ ਵੱਖਰੇ ਬਾਜ਼ਾਰਾਂ ਦੇ ਵਿੱਚੋਂ ਲੰਘਦਿਆਂ ਅੰਤ ਨੂੰ ਇੱਕ ਵੱਡੇ ਸਾਰੇ ਦਰਵਾਜ਼ੇ ਅੰਦਰ ਬਾੜ ਕੇ ਦਰਵਾਜ਼ਾ ਉਸਨੇ ਬੰਦ ਕਰ ਦਿੱਤਾ। ਬਤਖਾਂ ਦੇ ਅੱਖੋਂ ਓਹਲੇ ਹੋ ਜਾਣ ਤੇ ਦਾਸ ਨੂੰ ਪਿਤਾ ਜੀ ਦਾ ਸੰਦੇਸ਼ ਯਾਦ ਆਇਆ ਤੇ ਆਪਣੀ ਤੁਸ਼ ਬੁੱਧੀ ਅਨੁਸਾਰ ਆਪਣੇ ਘਰ ਨੂੰ ਲੱਭਣ ਲਈ ਦੌੜ ਭੱਜ ਕੀਤੀ, ਪਰ ਨਿਸਫਲ। ਭਟਕਦਿਆਂ ਕਈ ਬਾਜ਼ਾਰ ਗਾਹ ਮਾਰੇ, ਪਰ ਘਰ ਨਾ ਲੱਭਿਆ। ਦਾਸ ਸਿਰੋਂ ਪੈਰੋਂ ਨੰਗਾ ਸੀ, ਤੁਰ ਕੇ ਬਹੁਤ ਥੱਕ ਗਿਆ। ਭੁੱਖ ਲੱਗੀ ਹੋਈ ਸੀ, ਰਸਤਾ ਲੱਭ ਨਹੀਂ ਸੀ ਰਿਹਾ। ਪੈਰ ਤੁਰ ਨਹੀਂ ਸਨ ਸਕਦੇ, ਇਸ ਲਈ ਰੋਣ ਲੱਗ ਪਿਆ। ਪਰ ਨਗਾਰਖਾਨੇ ਦੇ ਵਿੱਚ ਤੂਤੀ ਦੀ ਕੌਣ ਸੁਣਦਾ ਸੀ। ਉਧਰ ਪਿਤਾ ਜੀ ਦਰਬਾਰ ਸਾਹਿਬ ਵਿਖੇ ਮੈਨੂੰ ਉਡੀਕਦੇ ਰਹੇ ਤੇ ਘਰ ਮੋੜਨ ਤੇ ਜਦ ਉਹਨਾਂ ਨੂੰ ਪਤਾ ਲੱਗਾ ਕਿ ਮੈਂ ਘਰ ਪਹੁੰਚਿਆ ਹੀ ਨਹੀਂ ਤਾਂ ਬੜੇ ਚਿੰਤਾਤੁਰ ਹੋਏ ਤੇ ਇੱਕਦਮ ਕੋਤਵਾਲੀ ਪਹੁੰਚ ਕੇ ਮੇਰੇ ਗੁੰਮ ਹੋਣ ਦੀ ਉਹਨਾਂ ਨੇ ਰਿਪੋਰਟ ਦਰਜ ਕਰਵਾਈ ਕਿ ਲੱਭਣ ਵਾਲੇ ਨੂੰ 50 ਰੁਪਏ ਇਨਾਮ ਵਜੋਂ ਦਿੱਤੇ ਜਾਣਗੇ। ਪੁਲਿਸ ਵਾਲੇ ਮੇਰਾ ਹੁਲੀਆ ਲੈ ਕੇ ਮੈਨੂੰ ਲੱਭਣ ਵਾਸਤੇ ਤੁਰ ਪਏ। ਹਨੇਰਾ ਹੋ ਜਾਣ ਕਾਰਨ ਮੇਰੀ ਹਾਲਤ ਤਰਸਯੋਗ ਸੀ। ਅਚਨਚੇਤ ਇੱਕ ਸਿਪਾਹੀ ਨੇ ਮੈਨੂੰ ਆ ਫੜਿਆ ਤੇ ਮੇਰੇ ਪਿਤਾ ਜੀ ਨੇ ਨਾਂ ਤੇ ਥਾਂ ਟਿਕਾਣਾ ਬਾਰੇ ਮੇਰੇ ਤੋਂ ਪੁੱਛਿਆ ਗਿਆ, ਜੋ ਮੈਂ ਚੰਗੀ ਤਰ੍ਹਾਂ ਨਾ ਦੱਸ ਸਕਿਆ, ਪਰ ਉਹ ਸਮਝ ਗਿਆ ਕਿ ਇਹ ਭੁੱਲਿਆ ਹੋਇਆ ਬੱਚਾ ਹੈ। ਉਸਨੇ ਮੈਨੂੰ ਇੱਕ ਪੀੜਾ ਲੈ ਕੇ ਖਾਣ ਨੂੰ ਦਿੱਤਾ, ਇੱਕ ਭਵੀਰੀ ਦਿਲ ਪਰਚਾਉਣ ਨੂੰ ਦਿੱਤੀ। ਮੈਨੂੰ ਆਪਣੇ ਨਾਲ ਆਪਣੇ ਘਰ ਲੈ ਗਿਆ। ਮੇਰੇ ਮਾਤਾ ਪਿਤਾ ਮੈਨੂੰ ਮਿਲ ਕੇ ਬੜੇ ਖੁਸ਼ ਹੋਏ ਜਦੋਂ ਮੈਨੂੰ ਘਰ ਪਹੁੰਚਾਇਆ ਗਿਆ ਤੇ ਮੈਂ ਰੋ ਕੇ ਆਪਣਾ ਹਾਲ ਸੁਣਾਇਆ। ਇਹਦਾ ਸਿੱਟਾ ਆਪ ਇਸ ਤਰ੍ਹਾਂ ਲਿਖਦੇ ਨੇ ਕਿ ਉਪਰੋਕਤ ਵਾਰਤਾ ਲਿਖਣ ਦਾ ਭਾਵ ਇਹ ਹੈ ਕਿ ਜੀਵ ਇਸ ਸੰਸਾਰ ਵਿੱਚ ਆ ਕੇ ਸੁੰਦਰ ਤੇ ਛਲਾਵਾ ਰੂਪ ਮਾਇਆ ਦੇ ਵਿੱਚ ਉਲਝ ਕੇ ਪਿਤਾ ਪ੍ਰਭੂ ਦਾ ਸੰਦੇਸ਼ ਭੁੱਲ ਗਿਆ ਹੈ। ਪਰ ਜਦ ਮਾਇਆ ਇਸ ਨੂੰ ਧੋਖੇ ਦੇ ਕੇ ਖੁਆਰ ਕਰਦੀ ਹੈ ਤਾਂ ਇਸ ਨੂੰ ਪਰਮੇਸ਼ਰ ਦਾ ਫਰਮਾਨ ਚੇਤੇ ਆਉਂਦਾ ਹੈ। ਫਿਰ ਇਹ ਆਪਣੇ ਆਪ ਖੋਜ ਦੇ ਵਿੱਚ ਸਫਲ ਨਹੀਂ ਹੁੰਦਾ। ਇਸ ਨੂੰ ਪਿਤਾ ਪਰਮੇਸ਼ਰ ਦੇ ਘੱਲੇ ਹੋਏ ਮਹਾਂਪੁਰਸ਼ ਫੜ ਕੇ ਆਪਣੇ ਅਸਲੀ ਘਰ ਵਿੱਚ ਲੈ ਜਾਂਦੇ ਨੇ। ਤੇ ਅਗਲਾ ਜਿਹੜਾ ਪ੍ਰਸੰਗ ਉਹਨਾਂ ਨੇ ਲਿਖਿਆ ਹੈ ਕਿ ਮੇਰੇ ਇੱਕ ਪਰਮ ਮਿੱਤਰ ਸਰਦਾਰ ਅਰਜਨ ਸਿੰਘ ਜੀ ਸਾਡੇ ਗੁਰਦੁਆਰੇ ਕਈ ਸਾਲ ਸਕੱਤਰ ਦੀ ਸੇਵਾ ਕਰਦੇ ਰਹੇ ਨੇ। ਉਹਨਾਂ ਨੇ ਇੱਕ ਵਾਰੀ ਸਾਧ ਸੰਗਤ ਨੂੰ ਆਪਣੀ ਇਹ ਹੱਡਬੀਤੀ ਸੁਣਾਈ। ਸਰਦਾਰ ਅਰਜਨ ਸਿੰਘ ਜੀ ਨੇ ਦੱਸਿਆ ਕਿ ਸੰਨ 1921 ਦੇ ਵਿੱਚ ਜੈਤੋ ਦਾ ਮੋਰਚਾ ਲਗਾਇਆ ਗਿਆ ਸੀ ਤੇ ਹਰ ਰੋਜ਼ 500 ਸਿੰਘਾਂ ਦਾ ਜਥਾ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਤੋਂ ਜੈਤੋ ਲਈ ਗ੍ਰਿਫਤਾਰੀ ਵਾਸਤੇ ਰਵਾਨਾ ਹੋਇਆ ਕਰਦਾ ਸੀ। ਕਿਉਂਕਿ ਦਰਬਾਰ ਸਾਹਿਬ ਵਿਖੇ ਸਿੰਘਾਂ ਦਾ ਬਹੁਤ ਜ਼ਿਆਦਾ ਇਕੱਠ ਹੋ ਗਿਆ ਸੀ, ਇਸ ਲਈ ਹਰੇਕ ਜਥੇ ਨੂੰ ਵੱਖ-ਵੱਖ ਰੂਟਾਂ ਰਾਹੀਂ ਜੈਤੋ ਪਹੁੰਚਣ ਦੀ ਹਦਾਇਤ ਕੀਤੀ ਗਈ ਸੀ। ਤੇ ਇਹ ਸਰਦਾਰ ਅਰਜਨ ਸਿੰਘ ਜੀ ਜਿਨ੍ਹਾਂ ਦੀ ਗੱਲ ਹੈ ਉਹ ਦੱਸਦੇ ਨੇ ਕਿ ਮੈਂ 10ਵੀਂ ਪਾਸ ਕਰ ਲਈ ਸੀ ਤੇ ਆਪਣੇ ਇੱਕ ਹਮ ਜਮਾਤੀ ਦੇ ਨਾਲ ਜਥੇ ਵਿੱਚ ਸ਼ਾਮਲ ਹੋ ਗਿਆ। ਸਾਡੇ ਜਥੇ ਨੂੰ ਚੱਲਣ ਤੋਂ ਪਹਿਲਾਂ ਹੁਕਮ ਹੋਇਆ ਸੀ ਕਿ ਜਥਾ ਲਾਹੌਰ, ਸ਼ੇਖੂਪੁਰਾ, ਗੁਜਰਾਂਵਾਲਾ, ਗੁਜਰਾਤ, ਸਿਆਲਕੋਟ ਹੁੰਦਾ ਹੋਇਆ ਜਲੰਧਰ ਪਹੁੰਚੇਗਾ ਤੇ ਉੱਥੋਂ ਫਿਰ ਜੈਤੋ ਵੱਲ ਰਵਾਨਾ ਹੋਵੇਗਾ। ਸਾਡਾ ਜਥੇਦਾਰ ਅਨਪੜ੍ਹ ਸੀ। ਅਸੀਂ ਦੋਵੇਂ ਪੜ੍ਹੇ ਲਿਖੇ ਹੋਣ ਕਰਕੇ ਕਈ ਵਾਰ ਉਸ ਦੀ ਹੁਕਮ ਅਦੂਲੀ ਕਰ ਜਾਂਦੇ ਸਾਂ। ਇਸ ਲਈ ਜਥੇਦਾਰ ਨੇ ਸ੍ਰੀ ਅਕਾਲ ਤਖ਼ਤ ਦੇ ਜਥੇਦਾਰ ਪਾਸ ਸ਼ਿਕਾਇਤ ਕਰ ਭੇਜੀ, ਜਿਸ ਤੇ ਇੱਕ ਬੰਦਾ ਸਾਡਾ ਬਿਆਨ ਲੈਣ ਲਈ ਭੇਜਿਆ ਗਿਆ। ਉਸਨੇ ਫੈਸਲਾ ਦਿੱਤਾ ਕਿ ਸਾਡੀਆਂ ਪੀਲੀਆਂ ਵਰਦੀਆਂ, ਕਿਉਂਕਿ ਸਾਰੇ ਜਥਿਆਂ ਦੀਆਂ ਵਰਦੀਆਂ ਪੀਲੀਆਂ ਸਨ, ਉਤਾਰ ਕੇ ਸਾਨੂੰ ਘਰ ਭੇਜ ਦਿੱਤਾ ਜਾਵੇ।
ਅਸੀਂ ਹੁਕਮ ਅਦੂਲੀ ਦੀ ਮਾਫ਼ੀ ਮੰਗੀ ਅਤੇ ਬੇਨਤੀ ਕੀਤੀ ਕਿ ਸਾਨੂੰ ਕੋਈ ਹੋਰ ਸਜ਼ਾ ਦੇ ਦੇਵੋ, ਪਰ ਜਥੇ ਦੇ ਵਿੱਚੋਂ ਨਾ ਕੱਢੋ, ਜਿਸ ਤੇ ਇਹ ਫੈਸਲਾ ਹੋਇਆ ਕਿ ਹੁਕਮ ਅਦੂਲੀ ਕਾਰਨ ਤੁਹਾਨੂੰ ਦੰਡ ਦਿੱਤਾ ਜਾਂਦਾ ਹੈ। ਜਥੇ ਦੇ ਨਾਲ ਜਾਣ ਵਾਲੇ 5 ਬਿਰਧਾਂ ਦੇ ਬਿਸਤਰੇ ਆਪਣੇ ਸਿਰ ਤੇ ਚੁੱਕ ਕੇ ਲੈ ਕੇ ਜਾਓਗੇ। ਅਸੀਂ ਇਹ ਸਜ਼ਾ ਪ੍ਰਵਾਨ ਕਰ ਲਈ ਤੇ ਆਪਣੇ ਸਮਾਨ ਦੇ ਨਾਲ 5-5 ਬਿਸਤਰੇ ਹੋਰ ਬਿਰਧ ਸਿੰਘਾਂ ਦੇ ਚੁੱਕ ਕੇ ਜਥੇ ਦੇ ਨਾਲ ਚੱਲ ਪਏ। ਜ਼ਿਲ੍ਹਾ ਗੁਜਰਾਤ ਚੋਂ ਲੰਘਣ ਸਮੇਂ ਜਥੇ ਦਾ ਅਗਲਾ ਪੜਾਅ 9 ਮੀਲ ਤੇ ਸੀ ਤੇ ਪੱਗ ਡੰਡੀ ਰਾਹੀਂ ਇਹ ਪੈਂਡਾ ਕੇਵਲ 5 ਮੀਲ ਦਾ ਹੀ ਸੀ। ਸੋ ਅਸੀਂ ਜਥੇਦਾਰ ਜੀ ਤੋਂ ਪੱਗ ਡੰਡੀ ਰਾਹੀਂ ਇਸ ਪੈਂਡੇ ਤੇ ਆਪਣ ਲਈ ਆਗਿਆ ਲੈ ਲਈ। ਉਹ ਪੱਗ ਡੰਡੀ ਅੱਗੇ ਜਾ ਕੇ ਵੱਡੇ ਚਰਾਂ ਦੇ ਵਿੱਚ ਜਾ ਕੇ ਖਤਮ ਹੋ ਗਈ। ਉੱਤੋਂ ਹਨੇਰਾ ਹੋ ਗਿਆ ਤੇ ਸਾਨੂੰ ਕੋਈ ਰਾਹ ਨਹੀਂ ਸੀ ਲੱਭ ਰਿਹਾ। ਆਸ-ਪਾਸ ਕੋਈ ਬੰਦਾ ਵੀ ਨਹੀਂ ਸੀ ਜਿਸ ਕੋਲੋਂ ਰਾਹ ਪੁੱਛ ਸਕਦੇ। ਹਾਰ ਕੇ ਅਸੀਂ ਅਰਦਾਸ ਕੀਤੀ, ਹੇ ਕਲਗੀਧਰ ਪਾਤਸ਼ਾਹ ਜੀ, ਤੁਸੀਂ ਹੀ ਬੋੜੀ ਕਰੋ ਤਾਂ ਕਿ ਅਸੀਂ ਜਥੇ ਦੇ ਅਗਲੇ ਪੜਾਅ ਤੇ ਪਹੁੰਚ ਸਕੀਏ। ਐਸੀ ਕਲਾ ਵਰਤੀ ਕਿ ਅਰਦਾਸ ਹਾਲੇ ਪੂਰੀ ਵੀ ਨਹੀਂ ਸੀ ਹੋਈ, ਦੂਰੋਂ ਹੀ ਇੱਕ ਡਾਚੀ ਭੱਜੀ ਆਉਂਦੀ ਦਿਸੀ, ਜਿਹੜੀ ਕਿ ਸਾਡੇ ਵੱਡੇ ਕਮਾਦਾਂ ਤੇ ਚਰੀਆਂ ਨੂੰ ਚੀਰਦੀ ਹੋਈ ਸਾਡੇ ਵੱਲ ਵੱਧ ਰਹੀ ਸੀ ਤੇ ਪਲਾਂ ਵਿੱਚ ਹੀ ਸਾਡੇ ਕੋਲ ਆ ਕੇ ਖੜ ਗਈ। ਡਾਚੀ ਦੇ ਸ਼ਾਹ ਸਵਾਰ ਨੇ ਆਪਣੇ ਇੱਕ ਹੱਥ ਵਿੱਚ ਆਪਣੇ ਨਾਲ ਲਿਆਂਦੇ ਘੋੜੇ ਦੀ ਲਗਾਮ ਵੀ ਫੜੀ ਹੋਈ ਸੀ। ਉਸਨੇ ਡਾਚੀ ਨੂੰ ਬੈਠਾ ਕੇ ਉਸਦੇ ਇੱਕ ਪਾਸੇ ਮੇਰੇ ਵਾਲੇ 6 ਬਿਸਤਰੇ ਤੇ ਦੂਜੇ ਪਾਸੇ ਮੇਰੇ ਸਾਥੀ ਦੇ 6 ਬਿਸਤਰੇ ਰੱਖ ਕੇ ਮੈਨੂੰ ਆਪਣੇ ਨਾਲ ਬਿਠਾ ਲਿਆ। ਮੇਰੇ ਸਾਥੀ ਨੂੰ ਘੋੜੇ ਉੱਤੇ ਬੈਠਣ ਲਈ ਕਿਹਾ ਤੇ ਇਸ ਤਰ੍ਹਾਂ ਅਸੀਂ ਚੱਲ ਪਏ। ਡਾਚੀ ਅੱਗੇ ਤੇ ਘੋੜਾ ਪਿੱਛੇ ਦੌੜੇ ਜਾ ਰਹੇ ਸਨ। ਥੋੜੇ ਚਿਰ ਵਿੱਚ ਹੀ ਇੱਕ ਪਿੰਡ ਦੇ ਕੋਲ ਪਹੁੰਚ ਕੇ ਸ਼ਾਹ ਸਵਾਰ ਨੇ ਡਾਚੀ ਨੂੰ ਬਿਠਾ ਦਿੱਤਾ ਤੇ ਸਾਡੇ ਦੋਹਾਂ ਦੇ ਬਿਸਤਰੇ ਉਤਾਰ ਕੇ ਕਹਿਣ ਲੱਗਿਆ, ਉਹ ਸਾਹਮਣੇ ਜਗ ਰਹੇ ਗੈਸਾਂ ਵਾਲੀ ਜਗ੍ਹਾ ਤੇ ਤੁਹਾਡੇ ਜਥੇ ਨੇ ਉਤਰਨਾ ਹੈ, ਤੁਸੀਂ ਉੱਥੇ ਪਹੁੰਚ ਜਾਓ। ਹਨੇਰੇ ਵਿੱਚ ਅਸੀਂ 10 ਕੁ ਕਦਮ ਹੀ ਅੱਗੇ ਗਏ ਹੋਵਾਂਗੇ ਤੇ ਸੋਚਿਆ ਕਿ ਡਾਚੀ ਵਾਲੇ ਦਾ ਧੰਨਵਾਦ ਤਾਂ ਜ਼ਰੂਰ ਕਰਨਾ ਚਾਹੀਦਾ ਹੈ, ਪਰ ਜਿਵੇਂ ਹੀ ਅਸੀਂ ਵਾਪਸ ਮੁੜ ਕੇ ਦੇਖਿਆ, ਉੱਥੇ ਨਾ ਕੋਈ ਡਾਚੀ ਸੀ, ਨਾ ਘੋੜਾ, ਨਾ ਹੀ ਉਹਨਾਂ ਦਾ ਮਾਲਕ। ਇਸ ਤੋਂ ਅਸੀਂ ਇਹ ਭਲੀ ਭਾਂਤ ਸਮਝ ਸਕਦੇ ਹਾਂ ਕਿ ਕੋਈ ਅਗੰਮੀ ਰੂਹ ਸਾਨੂੰ ਇਹ ਜਿਹੜਾ ਹੈ ਰਾਹ ਦਿਖਾਉਣ ਲਈ ਸਾਡੀ ਮਦਦ ਕਰਨ ਲਈ ਪਹੁੰਚੀ ਹੋਈ ਸੀ। ਇਹ ਸੀ ਸਰਦਾਰ ਅਰਜਨ ਸਿੰਘ ਜੀ ਦੀ ਜਿਹੜੀ ਵਾਰਤਾ ਸਨ 1921 ਦੀ। ਤੇ ਆਓ ਚੱਲਦੇ ਹਾਂ, ਅਸੀਂ ਅਗਲਾ ਸ਼ਬਦ ਸਰਵਨ ਕਰਦੇ ਹਾਂ। ਸਮਰੱਥ ਗੁਰੂ ਸਿਰ ਹੱਥ ਧਰਿਓ, ਸਮਰੱਥ ਗੁਰੂ ਸਿਰ ਹੱਥ ਧਰਿਓ, ਸਮਰੱਥ ਗੁਰੂ ਸਿਰ ਹੱਥ ਧਰਿਓ, ਸਮਰੱਥ ਗੁਰੂ ਸਿਰ ਹੱਥ ਧਰਿਓ। ਰਾਮਦਾਸ ਗੁਰੂ ਹਰ ਸਤ ਕੀਓ, ਰਾਮਦਾਸ ਗੁਰੂ ਹਰ ਸਤ ਕੀਓ, ਸਮਰੱਥ ਗੁਰੂ ਸਿਰ ਹੱਥ ਧਰਿਓ, ਸਮਰੱਥ ਗੁਰੂ ਸਿਰ ਹੱਥ ਧਰਿਓ। ਰਾਮਦਾਸ ਗੁਰੂ ਹਰ ਸਤ ਕੀਓ, ਰਾਮਦਾਸ ਗੁਰੂ ਹਰ ਸਤ ਕੀਓ, ਸਮਰੱਥ ਗੁਰੂ ਸਿਰ ਹੱਥ ਧਰਿਓ, ਸਮਰੱਥ ਗੁਰੂ ਸਿਰ ਹੱਥ ਧਰਿਓ। ਸਮਰੱਥ ਗੁਰੂ ਸਿਰ ਹੱਥ ਧਰਿਓ,
ਮਨ ਹਰਿਓ ਰਾਮਦਾਸ ਗੁਰੂ ਹਰ ਸਤ ਕਿਓ ਰਾਮਦਾਸ ਗੁਰੂ ਹਰ ਸਤ ਕਿਓ ਸਮਰੱਥ ਗੁਰੂ ਸਿਰ ਹੱਥ ਧਰਿਓ ਸਮਰੱਥ ਗੁਰੂ ਸਿਰ ਹੱਥ ਧਰਿਓ ਰਾਮਦਾਸ ਗੁਰੂ ਹਰ ਸਤ ਕਿਓ ਰਾਮਦਾਸ ਗੁਰੂ ਹਰ ਸਤ ਕਿਓ ਸਮਰੱਥ ਗੁਰੂ ਸਿਰ ਹੱਥ ਧਰਿਓ ਸਮਰੱਥ ਗੁਰੂ ਸਿਰ ਹੱਥ ਧਰਿਓ ਨਿਸਬਾਸਰ ਏਕ ਸਮਾਨ ਧਿਆਨ ਨਿਸਬਾਸਰ ਏਕ ਸਮਾਨ ਧਿਆਨ ਸੋ ਨਾਮ ਸੁਨੇ ਸੁਤ ਪਾਨ ਡਰਿਓ ਸੋ ਨਾਮ ਸੁਨੇ ਸੁਤ ਪਾਨ ਡਰਿਓ ਰਾਮਦਾਸ ਹਰ ਸਤ ਕਿਓ ਰਾਮਦਾਸ ਗੁਰੂ ਹਰ ਸਤ ਕਿਓ ਸਮਰੱਥ ਗੁਰੂ ਸਿਰ ਹੱਥ ਧਰਿਓ ਸਮਰੱਥ ਗੁਰੂ ਸਿਰ ਹੱਥ ਧਰਿਓ ਰਾਮਦਾਸ ਗੁਰੂ ਹਰ ਸਤ ਰਾਮਦਾਸ ਗੁਰੂ ਹਰ ਸਤ ਕਿਓ ਸਮਰੱਥ ਗੁਰੂ ਸਿਰ ਹੱਥ ਧਰਿਓ ਸਮਰੱਥ ਗੁਰੂ ਸਿਰ ਹੱਥ ਧਰਿਓ ਦਾਸ ਸੁਆਸ ਜਗਤ ਗੁਰੂ ਧਨ ਦਾਸ ਸੁਆਸ ਜਗਤ ਗੁਰੂ ਧਨ ਦਾਸ ਸੁਆਸ ਜਗਤ ਗੁਰੂ ਕੀ ਧਨ ਦਾਸ ਸੁਆਸ ਜਗਤ ਗੁਰੂ ਕੀ ਪਾਰਸ ਪੇਟ ਪਾਰਸ ਕਰਿਓ ਪਾਰਸ ਪੇਟ ਪਾਰਸ ਕਰਿਓ ਰਾਮਦਾਸ ਗੁਰੂ ਹਰ ਸਤ ਕਿਓ ਰਾਮਦਾਸ ਗੁਰੂ ਹਰ ਸਤ ਕਿਓ ਸਮਰੱਥ ਗੁਰੂ ਸਿਰ ਹੱਥ ਧਰਿਓ ਸਮਰੱਥ ਗੁਰੂ ਸਿਰ ਹੱਥ ਧਰਿਓ ਰਾਮਦਾਸ ਗੁਰੂ ਹਰ ਸਤ ਕਿਓ ਰਾਮਦਾਸ ਗੁਰੂ ਹਰ ਸਤ ਕਿਓ ਸਮਰੱਥ ਗੁਰੂ ਸਿਰ ਹੱਥ ਧਰਿਓ ਸਮਰੱਥ ਗੁਰੂ ਸਿਰ ਹੱਥ ਧਰਿਓ ਸਮਰੱਥ ਗੁਰੂ ਸਿਰ ਹੱਥ ਧਰਿਓ ਸਮਰੱਥ ਗੁਰੂ ਹਾਂਜੀ, ਇਹ ਸਨ ਭਾਈ ਹਰਨਾਮ ਸਿੰਘ ਜੀ, ਜਿਨ੍ਹਾਂ ਦੀ ਆਵਾਜ਼ ਦੇ ਵਿੱਚ ਅਸੀਂ ਸ਼ਬਦ ਸਰਵਣ ਕੀਤਾ। ਤੇ ਅਗਲੀ ਜਿਹੜੀ
ਜਗਬੀਤੀ ਸੋਢੀ ਹਰਭਜਨ ਸਿੰਘ ਜੀ ਨੇ ਸਾਡੇ ਨਾਲ ਇਸ ਕਿਤਾਬ ਦੇ ਵਿੱਚ ਸਾਂਝੀ ਕੀਤੀ ਹੈ। ਉਹਦੇ ਉੱਤੇ ਉਹਨਾਂ ਨੇ ਸ਼ੀਰਸ਼ਕ ਦਿੱਤਾ ਹੈ, ਆਵੇ ਅੰਤ ਨਾ ਭਜਿਆ ਜਾਈ। ਆਪ ਲਿਖਦੇ ਨੇ ਕਿ ਸਾਡੇ ਪਿੰਡ ਦਾ ਬਿਸਾਵਾ ਸਿੰਘ ਨਾਮ ਦਾ ਇੱਕ ਬੰਦਾ ਚੀਨ ਗਿਆ ਹੋਇਆ ਸੀ। ਉੱਥੇ ਜੇਲ੍ਹ ਦੇ ਵਿੱਚ ਕੰਮ ਕਰਦਾ ਸੀ। ਕੈਦੀਆਂ ਨਾਲ ਵਾਹ ਪੈਣ ਕਰਕੇ ਉਹਦੇ ਮੂੰਹ ਤੇ ਗਾਲਾਂ ਹੀ ਚੜੀਆਂ ਹੋਈਆਂ ਸਨ। ਉਸਨੇ ਕਦੀ ਭੁੱਲ ਕੇ ਵੀ ਪਰਮਾਤਮਾ ਦਾ ਨਾਮ ਨਹੀਂ ਸੀ ਲਿਆ। ਕੁਝ ਸਾਲਾਂ 'ਚ ਕਾਫੀ ਮਾਇਆ ਇਕੱਠੀ ਕਰਕੇ ਉਹ ਵਾਪਸ ਪਿੰਡ ਆ ਗਿਆ ਸੀ ਤੇ ਐਸ਼ ਕਰ ਰਿਹਾ ਸੀ। ਸਮਾਂ ਪਾ ਕੇ ਉਸਦਾ ਅੰਤ ਆ ਗਿਆ ਤੇ ਬਿਸਤਰੇ ਤੇ ਪਿਆ ਗਾਲਾਂ ਕੱਢਦਾ। ਅੰਤ ਸਮੇਂ ਉਸਦਾ ਘੁਰੜੂ ਵੱਜਣ ਲੱਗਾ ਤੇ ਉਸਨੂੰ ਸਾਰੇ ਕਹਿਣ ਲੱਗੇ, ਵਿਸ਼ਵਾਸਿਆਂ ਵਾਹਿਗੁਰੂ ਕਹੋ, ਪਰ ਉਹ ਕਿਸੇ ਦੀ ਗੱਲ ਨਹੀਂ ਸੀ ਸੁਣਦਾ, ਸਗੋਂ ਗਾਲਾਂ ਕੱਢ ਦਿੰਦਾ ਸੀ। ਤੇ ਮੇਰੇ ਮੂੰਹ ਚੋਂ ਉਹਦੇ ਮੂੰਹ ਦੇ ਵਿੱਚੋਂ ਇਹੀ ਨਿਕਲਦਾ ਸੀ, ਕੁਦਰਤ ਸਾਡੀ ਸ੍ਰੀ ਰਾਮ ਸੀ। ਲੋਕਾਂ ਨੇ ਸਲਾਹ ਬਣਾਈ ਕਿ ਇਹ ਹੋਰ ਕਿਸੇ ਤਰੀਕੇ ਦੇ ਨਾਲ ਰੱਬ ਦਾ ਨਾਮ ਨਹੀਂ ਲੈਂਦਾ, ਤੇ ਉਹਨਾਂ ਨੇ ਸ੍ਰੀ ਰਾਮ ਨਾਂ ਦੇ ਆਦਮੀ ਨੂੰ, ਜੋ ਕਿ ਪਿੰਡ ਵਿੱਚ ਰਹਿੰਦਾ ਸੀ, ਉਹਨਾਂ ਨੇ ਇਹ ਸਲਾਹ ਬਣਾਈ ਕਿ ਉਹਨੂੰ ਸੱਦਦੇ ਹਾਂ ਤੇ ਉਹਨੂੰ ਸੱਦ ਕੇ ਜਦੋਂ ਉਹ ਸਾਹਮਣੇ ਆਵੇਗਾ ਤੇ ਇਸ ਤੋਂ ਪੁੱਛਾਂਗੇ ਇਹਦਾ ਨਾਮ ਕੀ ਹੈ, ਤੇ ਇਸ ਤਰ੍ਹਾਂ ਇਸ ਦੇ ਮੂੰਹ ਤੋਂ ਸ੍ਰੀ ਰਾਮ ਨਿਕਲ ਜਾਵੇਗਾ। ਤੇ ਹੋ ਸਕਦਾ ਹੈ ਜਿਵੇਂ ਕਿ ਅਜਾਮਲ ਪਾਪੀ ਦੇ ਅੰਤ ਸਮੇਂ ਜਮਾਂ ਦੇ ਡੰਡੇ ਖਾਣ ਤੇ ਆਪਣੇ ਪੁੱਤਰ ਨਾਰਾਇਣ ਨੂੰ ਸਹਾਇਤਾ ਲਈ ਆਵਾਜ਼ ਮਾਰੀ ਸੀ ਤੇ ਜਮ ਨਾਰਾਇਣ ਦਾ ਨਾਮ ਸੁਣ ਕੇ ਭੱਜ ਗਏ ਸਨ। ਹੋ ਸਕਦਾ ਹੈ ਇਸ ਦਾ ਵੀ ਕਲਿਆਣ ਹੋ ਜਾਵੇ। ਤੇ ਇਹ ਸ੍ਰੀ ਰਾਮ ਨਾਂ ਦਾ ਬੰਦਾ ਜੋ ਪਿੰਡ ਵਿੱਚ ਰਹਿੰਦਾ ਸੀ, ਉਸਨੂੰ ਕਮਰੇ ਦੇ ਵਿੱਚ ਸੱਦਿਆ ਗਿਆ। ਉਹ ਕਮਰੇ ਵਿੱਚ ਦਾਖਲ ਹੋਇਆ ਤਾਂ ਬਿਸਾਵਾ ਸਿੰਘ ਨੂੰ ਪੁੱਛਿਆ ਗਿਆ, ਇਹ ਕੌਣ ਹੈ? ਉਸਨੇ ਝੱਟ ਜਵਾਬ ਦਿੱਤਾ, ਇਹ ਜਮਾਦਾਰ ਦਾ ਜਵਾਈ ਹੈ। ਕਿਉਂਕਿ ਸਾਡੇ ਚਾਚਾ ਜੀ ਬਰਮਾ ਚੋਂ ਮਿਲਟਰੀ ਦੇ ਜਮਾਦਾਰ ਰਿਟਾਇਰ ਹੋ ਕੇ ਆਏ ਸਨ, ਇਸ ਕਰਕੇ ਪਿੰਡ ਦੇ ਵਿੱਚ ਇਸੇ ਨਾਮ ਨਾਲ ਜਾਣੇ ਜਾਂਦੇ ਸਨ। ਦੁਬਾਰਾ ਪੁੱਛਣ ਤੇ ਉਸਨੇ ਕਿਲ ਕੇ ਕਿਹਾ, ਜਮਾਦਾਰ, ਤੇ ਨਾਲ ਹੀ ਉਸ ਦੇ ਪ੍ਰਾਣ ਨਿਕਲ ਗਏ। ਉਸ ਸ਼ੇਰ ਦੇ ਬੱਚੇ ਨੇ ਕਦੇ ਭੁੱਲ ਕੇ ਵੀ ਵਾਹਿਗੁਰੂ ਦਾ ਨਾਮ ਨਹੀਂ ਸੀ ਲਿਆ। ਅੰਤ ਵੇਲੇ ਉਹ ਕਿਵੇਂ ਲੈ ਸਕਦਾ ਸੀ? ਤਦੇ ਹੀ ਤਾਂ ਭਗਤ ਕਬੀਰ ਜੀ ਮਹਾਰਾਜ ਫਰਮਾਉਂਦੇ ਨੇ, ਅਬ ਨਾ ਭਜਸ ਕਬ ਭਾਈ, ਆਵੇ ਅੰਤ ਨਾ ਭਜਿਆ ਜਾਈ। ਸੋ ਬਾਰ-ਬਾਰ ਉਸ ਪਰਮਾਤਮਾ ਦਾ ਨਾਮ ਲੈਣ ਦਾ ਸਾਨੂੰ ਹੁਕਮ ਹੈ, ਤਾਂ ਕਿ ਜਦੋਂ ਅੰਤ ਆਵੇ ਉਦੋਂ ਵੀ ਸਾਡੀ ਰਸਨਾ ਦੇ ਉੱਤੇ ਇਹ ਵਾਹਿਗੁਰੂ ਹੀ ਹੋਵੇ। ਤੇ ਆਓ ਚੱਲਦੇ ਹਾਂ, ਅਗਲਾ ਸ਼ਬਦ ਸਰਵਨ ਕਰਦੇ ਹਾਂ। ਸਾਚੇ ਸਾਹਿਬਾ, ਸਾਚੇ ਸਾਹਿਬਾ, ਸਾਚੇ ਸਾਹਿਬਾ, ਸਾਚੇ ਸਾਹਿਬਾ, ਨਹੀਂ ਕਰ ਤੇਰੇ, ਨਹੀਂ ਕਰ ਤੇਰੇ, ਨਹੀਂ ਕਰ ਤੇਰੇ।
सब किछ है जिस देह सो पावे, जिस देह सो पावे। करता तेरे सब किछ है जिस देह सो पावे, जिस देह सो पावे। सदा सिर्फ सलाह तेरी नाम मन बसावे, नाम मन बसावे। क्या नहीं कर तेरे, क्या नहीं कर तेरे, क्या नहीं कर तेरे, क्या नहीं कर तेरे। साचे साहिबा, साचे साहिबा, साचे साहिबा, साचे साहिबा। क्या नहीं कर तेरे, क्या नहीं कर तेरे। नाम जिनके मन बसिया, बाजे शब्द कनेरे, बाजे शब्द कनेरे। नाम जिनके मन बसिया, बाजे शब्द कनेरे, बाजे शब्द कनेरे। कहे नानक सच्चे साहिब, क्या नहीं कर तेरे, 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 क्या नहीं कर तेरे। साचे साहिबा, साचे साहिबा, साचे साहिबा, साचे साहिबा। क्या नहीं कर तेरे, क्या नहीं कर तेरे। ਹਾਂਜੀ, ਇਹ ਸਨ ਭਾਈ ਚਰਨਪ੍ਰੀਤ ਸਿੰਘ ਜੀ, ਸਤਵਿੰਦਰ ਸਿੰਘ ਜੀ ਤੇ ਹਰਵਿੰਦਰ ਸਿੰਘ ਜੀ, ਜਿਨ੍ਹਾਂ ਦੀ ਆਵਾਜ਼ ਦੇ ਵਿੱਚ ਅਸੀਂ ਸ਼ਬਦ ਸਰਵਣ ਕੀਤਾ। ਤੇ ਅਗਲੀ ਜਿਹੜੀ ਹੈ ਹੱਡਬੀਤੀ ਢੋਡੀ ਹਰਭਜਨ ਸਿੰਘ ਜੀ ਨੇ ਲਿਖੀ ਹੈ ਆਪਣੀ। ਉਹ ਇਸ ਤਰ੍ਹਾਂ ਹੈ, ਲਿਖਦੇ ਨੇ ਕਿ ਦਸੰਬਰ 1939 ਈਸਵੀ ਦੇ ਅੰਤ ਦੇ ਵਿੱਚ ਮੈਂ ਨੌਕਰੀ ਦੇ ਸਿਲਸਿਲੇ ਵਿੱਚ ਜੱਬਲਪੁਰ ਮੱਧ ਪ੍ਰਦੇਸ਼ ਵਿਖੇ ਗਿਆ। ਦੂਜੇ ਦਿਨ ਹੀ ਮੈਨੂੰ ਪਤਾ ਲੱਗਿਆ ਕਿ ਉੱਥੇ ਸੰਸਾਰ ਦੇ ਸਾਰੇ ਧਰਮਾਂ ਦੀ ਕਾਨਫਰੰਸ ਹੋ ਰਹੀ ਹੈ, ਜਿਸ ਦੇ ਵਿੱਚ ਸਾਰੇ ਮਜ਼ਹਬਾਂ ਦੇ ਉੱਘੇ ਉੱਘੇ ਪ੍ਰਚਾਰਕ ਆਪਣੇ ਆਪਣੇ ਧਰਮ ਦੀਆਂ ਵਿਸ਼ੇਸ਼ਤਾਵਾਂ ਬਾਰੇ ਦੱਸਣਗੇ। ਸਿੱਖਾਂ ਵੱਲੋਂ ਸਿੱਖ ਮਿਸ਼ਨਰੀ ਕਾਲਜ ਅੰਮ੍ਰਿਤਸਰ ਦਾ ਪ੍ਰਚਾਰਕ, ਜਿਹੜਾ ਕਿ ਪ੍ਰਿੰਸੀਪਲ ਗੰਗਾ ਸਿੰਘ ਜੀ ਦਾ ਆਇਆ ਹੋਇਆ ਸੀ, ਉਸਨੇ ਸਿੱਖ ਧਰਮ ਦੇ ਬੁਨਿਆਦੀ ਅਸੂਲਾਂ ਤੇ ਹੋਰ ਵਿਸ਼ੇਸ਼ਤਾਵਾਂ ਤੇ ਬੜੀ ਖੂਬੀ ਦੇ ਨਾਲ ਚਾਨਣਾ ਪਾਇਆ।
ਉਸ ਦੇ ਲੈਕਚਰ ਬਾਅਦ ਇੱਕ ਮਦਰਾਸੀ ਨੇ ਖੜੇ ਹੋ ਕੇ ਸਵਾਲ ਕੀਤਾ, ਤੁਸੀਂ ਆਪਣੇ ਲੈਕਚਰ ਵਿੱਚ ਕਿਹਾ ਹੈ ਕਿ ਸਿੱਖ ਸਾਬਤ ਸੂਰਤ ਰਹਿੰਦੇ ਹਨ। ਕੀ ਤੁਸੀਂ ਨਹੁੰ ਕੱਟਦੇ ਹੋ ਕਿ ਨਹੀਂ? ਜੇ ਕੱਟਦੇ ਹੋ ਤਾਂ ਫਿਰ ਸਾਬਤ ਸੂਰਤ ਕਿਵੇਂ ਹੋਏ? ਉਹ ਪ੍ਰਚਾਰਕ ਇਸ ਸਵਾਲ ਦਾ ਉੱਤਰ ਤਸੱਲੀ ਬਖਸ਼ ਨਾ ਦੇ ਸਕਿਆ। ਸਟੇਜ ਸਕੱਤਰ ਨੇ ਦੁਬਾਰਾ ਆਖਿਆ ਕਿ ਹੈ ਕੋਈ ਸਿੱਖ ਜੋ ਇਸ ਸਵਾਲ ਦਾ ਜਵਾਬ ਦੇਵੇ। ਦਾਸ ਵੀ ਸੰਗਤ ਵਿੱਚ ਬੈਠਾ ਹੋਇਆ ਸੀ ਤੇ ਦਾਸ ਨੂੰ ਇਸ ਦਾ ਉੱਤਰ ਫੁਰਿਆ ਤੇ ਦਾਸ ਨੇ ਧੀਮੀ ਆਵਾਜ਼ ਦੇ ਵਿੱਚ ਨਾਲਦੇ ਨੂੰ ਕਿਹਾ ਕਿ ਮੈਂ ਇਸ ਦਾ ਉੱਤਰ ਦੇ ਸਕਦਾ ਹਾਂ। ਤੇ ਉਸ ਆਦਮੀ ਨੇ ਇਸ ਸਮੇਂ ਸਿੱਖੀ ਦੀ ਅਣਖ ਕਿਹਾ ਕਿ ਇਸ ਸਮੇਂ ਸਿੱਖੀ ਦੀ ਅਣਖ ਦਾ ਸਵਾਲ ਹੈ। ਜੇਕਰ ਤੁਸੀਂ ਠੀਕ ਉੱਤਰ ਦੇ ਸਕਦੇ ਹੋ ਤਾਂ ਦੇਰ ਕਿਉਂ ਕਰਦੇ ਹੋ? ਸਟੇਜ ਤੇ ਜਾਓ। ਉਸਨੇ ਮੇਰੇ ਬਾਰੇ ਸਟੇਜ ਸਕੱਤਰ ਨੂੰ ਦੱਸਿਆ ਤੇ ਸਟੇਜ ਸਕੱਤਰ ਨੇ ਮੈਨੂੰ ਸਟੇਜ ਦੇ ਉੱਤੇ ਆ ਕੇ ਉੱਤਰ ਦੇਣ ਲਈ ਕਿਹਾ। ਦਾਸ ਨੇ ਸਟੇਜ ਤੇ ਜਾਂਦਿਆਂ ਹੀ ਸੰਗਤ ਨੂੰ ਗੁਰੂ ਫਤਿਹ ਬੁਲਾ ਕੇ ਚੈਲੰਜ ਕਰਦਿਆਂ ਹੋਇਆਂ ਸੰਬੋਧਨ ਕੀਤਾ ਕਿ ਸਿੱਖ ਤਾਂ ਕੀ, ਦੁਨੀਆ ਦਾ ਕੋਈ ਵੀ ਬੰਦਾ ਆਪਣੇ ਨਹੁੰ ਨਹੀਂ ਕਟਵਾ ਸਕਦਾ। ਜੇ ਕੋਈ ਕਟਵਾ ਸਕਦਾ ਹੈ ਤਾਂ ਮੇਰੇ ਸਾਹਮਣੇ ਆਏ। 2 ਮਿੰਟ ਤੱਕ ਕੋਈ ਨਾ ਉੱਠਿਆ ਤੇ ਸੰਗਤ ਮੇਰੇ ਚੈਲੰਜ ਨੂੰ ਸੁਣ ਕੇ ਹੈਰਾਨ ਸੀ। ਅਖੀਰ ਦਾਸ ਨੇ ਦੱਸਣਾ ਸ਼ੁਰੂ ਕੀਤਾ ਕਿ ਹਰੇਕ ਨਹੁੰ ਦੇ 2 ਹਿੱਸੇ ਹੁੰਦੇ ਨੇ। ਜਿਹੜਾ ਹਿੱਸਾ ਜਿਉਂਦਾ ਹੈ, ਇੱਕ ਹਿੱਸਾ ਜਿਉਂਦਾ ਹੈ ਤੇ ਦੂਸਰਾ ਹਿੱਸਾ ਮੁਰਦਾ ਹੁੰਦਾ ਹੈ। ਸਾਰੀ ਦੁਨੀਆ ਮੁਰਦੇ ਨਹੁੰਆਂ ਨੂੰ ਕੱਟਦੀ ਹੈ, ਜਿਉਂਦਿਆਂ ਨੂੰ ਨਹੀਂ। ਜੇਕਰ ਜਿਉਂਦਾ ਨਹੁੰ ਕਿਤੇ ਭੁਲੇਖੇ ਦੇ ਨਾਲ ਵੀ ਥੋੜਾ ਕੱਟਿਆ ਜਾਵੇ ਤਾਂ ਬੰਦਾ ਤੜਫ ਉੱਠਦਾ ਹੈ। ਸੋ ਸਿੱਖ ਵੀ ਮੁਰਦਾ ਨਹੁੰ ਹੀ ਕੱਟਦੇ ਨੇ, ਜਿਉਂਦੇ ਨਹੀਂ। ਫਿਰ ਉਸੇ ਮਦਰਾਸੀ ਵੀਰ ਨੇ ਉੱਠ ਕੇ ਕਿਹਾ ਕਿ ਇਨਸਾਨ ਦੇ ਬਾਲ ਵੀ ਤਾਂ ਮੁਰਦਾ ਨੇ, ਤੁਸੀਂ ਉਹ ਕਿਉਂ ਨਹੀਂ ਕੱਟਦੇ? ਦਾਸ ਨੇ ਜਵਾਬ ਦਿੱਤਾ ਕਿ ਇਨਸਾਨ ਦੇ ਬਾਲ ਮੁਰਦਾ ਨਹੀਂ, ਸਗੋਂ ਜਾਨਦਾਰ ਨੇ, ਕਿਉਂਕਿ ਜੋ ਵੱਧਦੇ ਨੇ ਉਹ ਜਾਨਦਾਰ ਹਨ, ਤਦ ਹੀ ਵੱਧਦੇ ਨੇ ਤੇ ਇਹਨਾਂ ਦਾ ਰੰਗ ਵੀ ਬਦਲਦਾ ਹੈ। ਇਸੇ ਲਈ ਸਿੱਖ ਵਾਸਤੇ ਹੁਕਮ ਹੈ ਕਿ ਉਹ ਸਵੇਰੇ ਉੱਠ ਕੇ ਆਪਣੇ ਕੇਸਾਂ ਵਿੱਚ ਕੰਘਾ ਕਰੇ ਤੇ ਜਿਹੜੇ ਮੁਰਦਾ ਹੋ ਚੁੱਕੇ ਵਾਲ ਨੇ ਉਹਨਾਂ ਨੂੰ ਬਾਹਰ ਕੱਢ ਦੇਵੇ, ਕਿਉਂਕਿ ਮੁਰਦਾ ਕਿਸੇ ਵੀ ਚੀਜ਼ ਨੂੰ ਰੱਖਿਆ ਨਹੀਂ ਜਾਂਦਾ। ਸਿੱਖ ਲੋਕ ਯੋਗੀਆਂ ਵਾਂਗ ਬੋਹੜ ਦਾ ਦੁੱਧ ਲਾ ਕੇ ਕੇਸਾਂ ਦੀਆਂ ਜਟਾਂ ਨਹੀਂ ਬਣਾਉਂਦੇ। ਸਿੱਖੀ ਇੱਕ ਸਫਾਈ ਪਸੰਦ ਧਰਮ ਹੈ ਜਿਸ ਦੇ ਵਿੱਚ ਕਿਸੇ ਮੁਰਦੇ ਨੂੰ ਕੋਈ ਵੀ ਨਹੀਂ ਰੱਖਦਾ। ਇਸੇ ਤਰ੍ਹਾਂ ਸਿੱਖ ਲੋਕ ਵੀ ਮੁਰਦੇ ਵਾਲਾਂ ਨੂੰ ਨਹੀਂ ਰੱਖਦੇ। ਸੋ ਇਹ ਸੀ ਉਹਨਾਂ ਦਾ ਜਿਹੜਾ ਹੈ ਆਪਣੀ ਹੱਡਬੀਤੀ 1939 ਈਸਵੀ ਦੇ ਵਿੱਚ, ਜਿਹਦੇ ਵਿੱਚ ਉਹਨਾਂ ਨੇ ਸਾਨੂੰ ਜਿਹੜਾ ਹੈ ਬਹੁਤ ਹੀ ਕੀਮਤੀ ਜਿਹੜਾ ਗਿਆਨ ਇਹ ਦੱਸਿਆ ਹੈ, ਦਿੱਤਾ ਹੈ ਕਿ ਕਿਵੇਂ ਜਿਹੜਾ ਕਈ ਵਾਰੀ ਕੋਈ ਲੋਕ ਕਹਿ ਦਿੰਦੇ ਨੇ ਕਿ ਤੁਸੀਂ ਸਾਬਤ ਸੂਰਤ ਕਿਵੇਂ ਹੋ, ਜਾਂ ਤੁਸੀਂ ਜਿਹੜੇ ਬਾਲ ਜਿਹੜੇ ਹੈ ਉਹ ਭਾਵਾਂ ਨਹੀਂ ਕੱਟਦੇ ਤੇ ਨਹੁੰ ਤਾਂ ਕੱਟਦੇ ਹੋ ਨਾ। ਸੋ ਆਓ ਚੱਲਦੇ ਹਾਂ, ਅਗਲਾ ਸ਼ਬਦ ਸਰਵਣ ਕਰਦੇ ਹਾਂ ਤੇ ਉਸ ਤੋਂ ਬਾਅਦ ਅਗਲੀ ਜਿਹੜੀ ਉਹਨਾਂ ਦੀ ਹੱਡਬੀਤੀ ਹੈ ਉਹ ਆਪ ਜੀ ਦੇ ਨਾਲ ਸਾਂਝੀ ਕਰਾਂਗੇ। ਸ਼ਬਦ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਦਾ, ਇਸ ਦੀ ਬੰਦਸ਼, ਇਸ ਦੀ ਧੁਨ, ਇਸ ਦੀ ਤਰਜ਼ ਪੁਰਾਤਨ ਕੀਰਤਨੀਏ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਅੰਮ੍ਰਿਤਸਰ ਵਿਖੇ ਰਬਾਬੀ ਸਿੰਘ ਪੁਰਾਤਨ ਹਜ਼ੂਰੀ ਕੀਰਤਨੀਏ ਜਿਸ ਸ਼ਕਲ, ਜਿਸ ਢੰਗ ਨਾਲ ਇਹਨਾਂ ਰੀਤਾਂ ਨੂੰ ਗਾਉਂਦੇ ਸਨ, ਇਹ ਉਹਨਾਂ ਦਾ ਇੱਕ ਪ੍ਰਕਾਰ ਹੈ। ਸ਼ਬਦ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਦਾ। ਪਰਦੇਸਿਆ ਮੇਰੇ ਜੀੜਿਆ, ਪਰਦੇਸਿਆ ਕਿਤ ਪਵੇ ਜੰਜਾਲੇ ਰਾਮ, ਕਿਤ ਪਵੇ ਜੰਜਾਲੇ ਰਾਮ, ਜੀੜਿਆ ਪਰਦੇਸਿਆ, ਓ ਪਰਦੇਸਿਆ ਮੇਰੇ ਜੀੜਿਆ,
परदेसिया साचा साहिब मानो बसै साचा साहिब मानो बसै की फांसे जम जाले की फांसे जम जाले बेचिड़िया परदेसिया ओ परदेसिया मेरे जियड़िया परदेसिया मछली विषुन्नी नैन रुन्नी मछली विषुन्नी नैन रुन्नी जाल बद्ध को पाया जाल बद्ध को पाया संसार माया मोह मीठा संसार माया मोह मीठा अंत परम चुकाया अंत परम चुकाया मेरे जियड़िया परदेसिया ओ परदेसिया मेरे जियड़िया परदेसिया भगत कर चितलाए हर स्यों भगत कर चितलाए हर स्यों छोड़ मनो अंदेसिया छोड़ मनो अंदेसिया सच कहे नानक चेतुरे मन सच कहे नानक चेतुरे मन जियड़िया परदेसिया जियड़िया परदेसिया मेरे जियड़िया परदेसिया ओ परदेसिया मेरे जियड़िया परदेसिया भगत कर चितलाए हर स्यों भगत कर चितलाए हर स्यों छोड़ मनो अंदेसिया सच कहे नानक चेतुरे मन सच कहे नानक चेतुरे मन जियड़िया परदेसिया जियड़िया परदेसिया मेरे जियड़िया परदेसिया परदेसिया मेरे जियड़िया परदेसिया कित पवे जंजाले राम साचा साहिब मन वसै साचा साहिब मन वसै की फसे
ਜਮ ਜਾਲੇ ਕੀ ਫਾਸੇ ਜਮ ਜਾਲੇ ਮੇਰੇ ਜੀੜਿਆ ਪਰਦੇਸਿਆ ਓ ਪਰਦੇਸਿਆ ਮੇਰੇ ਜੀੜਿਆ ਪਰਦੇਸਿਆ ਕਿਤ ਪਵੇ ਜੰਜਾਲੇ ਰਾਮ ਕਿਤ ਪਵੇ ਰਾਮ ਜੰਜਾਲੇ ਰਾਮ ਮੇਰੇ ਜੀੜਿਆ ਪਰਦੇਸਿਆ ਓ ਪਰਦੇਸਿਆ ਮੇਰੇ ਜੀੜਿਆ ਪਰਦੇਸਿਆ ਓ ਪਰਦੇਸਿਆ। ਹਾਂਜੀ, ਇਹ ਸਨ ਭਾਈ ਬਖਸ਼ੀਸ਼ ਸਿੰਘ ਜੀ ਪਟਿਆਲੇ ਵਾਲੇ, ਜਿਨ੍ਹਾਂ ਦੀ ਆਵਾਜ਼ ਦੇ ਵਿੱਚ ਅਸੀਂ ਸ਼ਬਦ ਸਰਵਣ ਕੀਤਾ ਹੈ। ਤੇ ਪ੍ਰੋਗਰਾਮ ਦੇ ਕੁਝ ਹੀ ਮਿੰਟ ਬਾਕੀ ਨੇ ਤੇ ਅਸੀਂ ਕੋਸ਼ਿਸ਼ ਕਰਾਂਗੇ ਜਿੰਨੀਆਂ ਵੀ ਉਨੀਆਂ ਹੱਡਬੀਤੀਆਂ ਜਿਹੜੀਆਂ ਨੇ ਉਹਨਾਂ ਨੇ ਲਿਖੀਆਂ ਨੇ ਇਸ ਸਮੇਂ ਦੇ ਵਿੱਚ ਅਸੀਂ ਪੇਸ਼ ਕਰ ਸਕੇ ਆਪ ਜੀ ਦੇ ਨਾਲ ਸਾਂਝੀਆਂ ਕਰਾਂਗੇ। ਅਗਲੀ ਜਿਹੜੀ ਗੱਲ ਹੈ ਉਹਨਾਂ ਨੇ ਲਿਖੀ ਹੈ ਉਹ ਹੈ, ਉਹਦਾ ਸ਼ੀਰਸ਼ਕ ਦਿੱਤਾ ਹੈ ਹਾਜੀ ਮਸਕੀਨ। ਮੱਧ ਪ੍ਰਦੇਸ਼ ਦੇ ਵਿੱਚ ਇੱਕ ਰੀਵਾ ਨਾਮ ਦੀ ਰਿਆਸਤ ਸੀ ਜੋ ਹੁਣ ਜ਼ਿਲ੍ਹਾ ਬਣਿਆ ਹੋਇਆ ਹੈ। ਉੱਥੇ ਹਾਜੀ ਹੁਸੈਨ ਨਾਮੀ ਇੱਕ ਮੁਸਲਮਾਨ ਕਰੀਬਨ 100 ਬੱਸਾਂ ਦਾ ਮਾਲਕ ਸੀ। ਉਸ ਦੀ ਹਰ ਬੱਸ ਦੇ ਵਿੱਚ ਡਰਾਈਵਰ ਦੀ ਸੀਟ ਦੇ ਅੱਗੇ ਗੁਰੂ ਗੋਬਿੰਦ ਸਿੰਘ ਜੀ ਦੀ ਘੋੜੇ ਤੇ ਸਵਾਰ ਵਾਲੀ ਤਸਵੀਰ ਲੱਗੀ ਹੋਈ ਸੀ। ਮੇਰਾ ਇੱਕ ਮਿੱਤਰ ਜੋ ਫੌਜ ਦੇ ਵਿੱਚ ਅਫਸਰ ਸੀ ਉੱਥੇ ਗਿਆ। ਉਸ ਦੀ ਹੈਰਾਨਗੀ ਦੀ ਹੱਦ ਨਾ ਰਹੀ ਕਿ ਬੱਸਾਂ ਦੇ ਡਰਾਈਵਰ ਸਭ ਮੁਸਲਮਾਨ ਹਨ, ਮਾਲਕ ਵੀ ਹਾਜੀ ਹੀ ਸੀ। ਫਿਰ ਗੁਰੂ ਗੋਬਿੰਦ ਸਿੰਘ ਜੀ ਦੇ ਘੋੜੇ ਤੇ ਸਵਾਰ ਵਾਲੀ ਫੋਟੋ ਲਾਉਣ ਦਾ ਕੀ ਕਾਰਨ ਹੋ ਸਕਦਾ ਹੈ? ਉਹ ਇਸ ਭੇਦ ਨੂੰ ਖੋਲ੍ਹਣ ਲਈ ਹਾਜੀ ਸਾਹਿਬ ਦੇ ਦਫ਼ਤਰ ਚਲਾ ਗਿਆ। ਬੜੇ ਪਿਆਰ ਦੇ ਨਾਲ ਇਸ ਦਾ ਕਾਰਨ ਪੁੱਛਿਆ। ਹਾਜੀ ਸਾਹਿਬ ਕਹਿਣ ਲੱਗੇ, ਇਹ ਮੇਰਾ ਨਿੱਜੀ ਮਾਮਲਾ ਹੈ, मैं कुछ भी बताने को तैयार नहीं हूँ। मेरा मित्र बाहर आ गया, पर हाजी साहब ने उसनों वापस बुलाया ते पुछया, तुसीं की काम करदे हो? उस दे ये दस्सण ते कि मैं फौजी हाँ, उन्हां ने उसनों अपने कोल बिठा लिया ते अपनी हड्डबीती इस तरह सुनाई। मेरा पिंड हजूर साहब तो करीबन 6 मील ते है। मैनू एक बार अधरंग हो गया। मेरी बीवी बच्चियां ने बहुत सेवा की, दवा दारू करवाया, पर आराम आउण दी बजाय मेरा दूजा पासा भी मारिया गया। उन्हां कुछ तां मेरी सेवा की, पर अखीर नूं मेरी घरवाली मैनू इकल्ले ही छड्ड के अपने बच्चे लैके अपने पेके भज गई। पिंड वालियां ने मेरे ते तरस खा के मैनू चक के बाहर सड़क दे किनारे लटा दिता तां कि मैं उत्थे अपनी हाजत पूरी कर सकां। ਜਦੋਂ ਕਦੀ ਕਿਸੇ ਦੇ ਮਨ ਵਿੱਚ ਮਿਹਰ ਆ ਜਾਂਦੀ ਤਾਂ ਉਹ ਮੇਰੇ ਮੂੰਹ ਵਿੱਚ ਕੁਝ ਪਾ ਜਾਂਦੇ। ਮੇਰੀ ਹਾਲਤ ਬੜੀ ਤਰਸਯੋਗ ਸੀ। ਦੁਸਹਿਰੇ ਦੇ ਤਿਉਹਾਰ ਤੇ ਲੋਕ ਆਪਣੇ ਗੱਡਿਆਂ ਤੇ ਬੈਠ ਕੇ ਹਜੂਰ ਸਾਹਿਬ ਜਾ ਰਹੇ ਸਨ। ਮੇਰਾ ਦਿਲ ਕਰੇ ਕਿ ਮੈਂ ਵੀ ਕਿਸੇ ਤਰ੍ਹਾਂ ਜਾਵਾਂ ਤੇ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਪਾਸੋਂ ਆਪਣੇ ਪਾਪਾਂ ਦੀ ਮਾਫੀ ਮੰਗਾਂ, ਪਰ ਮੇਰੀ ਜਿੰਦਾ ਲਾਸ਼ ਨੂੰ ਲਿਜਾਣ ਲਈ ਕੋਈ ਵੀ ਤਿਆਰ ਨਹੀਂ ਸੀ। ਅਖੀਰ ਮੈਂ ਜ਼ੋਰ ਲਾ ਕੇ ਸੜਕ ਤੇ ਆ ਲੇਟਿਆ ਤੇ ਇੱਕ ਗੱਡੇ ਵਾਲੇ ਨੂੰ ਕਿਹਾ, ਜਾਂ ਤਾਂ ਮੈਨੂੰ ਗੱਡੇ ਵਿੱਚ ਲਿਟਾ ਕੇ ਹਜੂਰ ਸਾਹਿਬ ਲੈ ਚੱਲ, ਨਹੀਂ ਤਾਂ ਮੇਰੇ ਉੱਤੋਂ ਦੀ ਗੱਡਾ ਲੰਘਾ ਦੇ ਤਾਂ ਕਿ ਮੈਨੂੰ ਮੌਤ ਆ ਜਾਵੇ ਤਾਂ ਮੈਂ ਇਸ ਦੁੱਖ ਤੋਂ ਛੁੱਟ ਜਾਵਾਂ। ਉਹਦੇ ਮਨ ਵਿੱਚ ਮਿਹਰ ਪੈ ਗਈ। 3-4 ਬੰਦਿਆਂ ਨੇ ਮਿਲ ਕੇ ਮੈਨੂੰ ਉਸ ਦੇ ਗੱਡੇ ਉੱਤੇ ਰੱਖ ਲਿਆ ਤੇ ਨਾਲ ਲੈ ਤੁਰੇ। ਗੁਰਦੁਆਰੇ ਦੇ ਪਾਸ ਜਾ ਕੇ ਮੈਨੂੰ ਇੱਕ ਦਰਖਤ ਦੇ ਥੱਲੇ ਲਿਟਾ ਦਿੱਤਾ ਗਿਆ। ਉਹ ਆਪ ਅੱਗੇ ਚਲੇ ਗਏ। ਉਸ ਦਿਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ ਘੋੜੇ ਦਾ ਜਲੂਸ ਸੀ, ਜਿਹਦੇ ਵਿੱਚ ਉਹਨਾਂ ਦਾ ਸਜਿਆ ਹੋਇਆ ਘੋੜਾ ਸਭ ਤੋਂ ਅੱਗੇ ਚੱਲਦਾ ਹੈ ਤੇ ਸਾਰੀ ਸੰਗਤ ਉਸ ਦੇ ਪਿੱਛੇ ਚੱਲਦੀ ਹੈ। ਘੋੜੇ ਨੂੰ ਸਾਰੇ ਬੰਦੇ ਧਿਆਨ ਰੱਖਦੇ ਨੇ ਕਿ ਕਾਬੂ ਵਿੱਚ ਰਵੇ। ਉਹ ਇੰਜ ਚੱਲਦਾ ਹੈ ਜਿਵੇਂ ਕੋਈ ਸ਼ਾਹ ਸਵਾਰ ਉਹਦੇ ਉੱਤੇ ਬੈਠਾ ਹੋਵੇ। ਜਲੂਸ ਉਸ ਰਾਸਤੇ ਤੋਂ ਜਾ ਰਿਹਾ ਸੀ ਜਿੱਥੇ ਮੈਂ ਲੇਟਿਆ ਹੋਇਆ ਸੀ। ਘੋੜਾ ਇੱਕਦਮ ਬੇਕਾਬੂ ਹੋ ਗਿਆ ਤੇ ਦੌੜ ਕੇ ਮੇਰੇ ਪਾਸ ਆਇਆ ਤੇ ਇੱਕਦਮ ਖੜਾ ਹੋ ਗਿਆ। ਉਸਨੇ ਆਪਣਾ ਇੱਕ ਪੈਰ ਚੁੱਕਿਆ, ਮੇਰੇ ਸਿਰ ਨੂੰ ਛੁਹਾਇਆ ਤੇ ਫਿਰ ਦੂਜਾ ਪੈਰ ਚੁੱਕਿਆ, ਉਹ ਵੀ ਮੇਰੇ ਬਦਨ ਤੇ ਲਗਾਇਆ।
ਇੰਨੇ ਚਿਰ ਨੂੰ ਬੰਦਿਆਂ ਨੇ ਆ ਕੇ ਉਸ ਨੂੰ ਪਕੜ ਲਿਆ ਤੇ ਜਲੂਸ ਦੇ ਆਉਣ ਤੇ ਉਹ ਅੱਗੇ ਚਲੇ ਗਏ। ਥੋੜ੍ਹੀ ਦੇਰ ਬਾਅਦ ਮੈਂ ਇੰਜ ਮਹਿਸੂਸ ਕੀਤਾ ਜਿਵੇਂ ਮੇਰੇ ਅੰਦਰ ਖੂਨ ਦਾ ਦੌਰਾ ਚੱਲ ਪਿਆ ਹੈ। ਮੈਂ ਜਿਸ ਵੀ ਅੰਗ ਨੂੰ ਹਿਲਾਵਾਂ ਉਹ ਹਿਲਦਾ ਸੀ। ਮੈਂ ਜ਼ੋਰ ਦੀ ਲੱਤਾਂ ਬਾਹਾਂ ਹਿਲਾਈਆਂ ਤੇ ਉੱਠ ਕੇ ਬੈਠ ਗਿਆ। ਹੁਣ ਮੈਂ ਹੋਰ ਬਲ ਲਗਾਇਆ ਤੇ ਖੜਾ ਹੋ ਗਿਆ। ਆਪਣੇ ਪੈਰਾਂ ਨਾਲ ਤੁਰ ਕੇ ਆਪਣੇ ਪਿੰਡ ਰਾਤ ਨੂੰ ਪਹੁੰਚ ਗਿਆ। ਸਾਰਾ ਪਿੰਡ ਹੈਰਾਨ ਸੀ ਤੇ ਸਾਰੇ ਪਿੰਡ ਵਿੱਚ ਇਹ ਸੁਣ ਕੇ ਖੁਸ਼ੀ ਦੀ ਲਹਿਰ ਦੌੜ ਗਈ। ਇਹ ਹੈ ਘੋੜੇ ਦੀ ਸ਼ਕਤੀ। ਹੁਣ ਤੁਸੀਂ ਆਪੇ ਅੰਦਾਜ਼ਾ ਲਗਾ ਲਵੋ, ਜਿਸ ਦੇ ਘੋੜੇ ਵਿੱਚ ਇੰਨੀ ਸ਼ਕਤੀ ਹੈ ਉਸ ਦੇ ਆਪਣੀ ਸ਼ਕਤੀ ਕਿਤਨੀ ਹੋਵੇਗੀ। ਸੋ ਇਹ ਸੀ ਇੱਕ ਜਿਹੜੀ ਗੱਲ ਉਹਨਾਂ ਦੇ ਦੋਸਤ ਨੇ ਜਿਹੜੀ ਹੈ ਉਹਨਾਂ ਦੇ ਨਾਲ ਸ਼ੇਅਰ ਕੀਤੀ ਤੇ ਉਹਨਾਂ ਨੇ ਸਾਡੇ ਨਾਲ ਸ਼ੇਅਰ ਕੀਤੀ। ਤੇ ਪ੍ਰੋਗਰਾਮ ਦੇ ਕੋਈ 10 ਕੁ ਮਿੰਟ ਬਾਕੀ ਨੇ ਤੇ ਅਸੀਂ ਇੱਕ ਸ਼ਬਦ ਹੋਰ ਸੁਣਦੇ ਹਾਂ। मैं बंदा बेखरी, मैं बंदा बेखरी, बंदा बेखरी, सच साहिब मेरा, सच साहिब मेरा, मैं बंदा बेखरी। जियो पिंड सब तीसदा, जियो पिंड सब तीसदा, सब किछ है तेरा, सब किछ है तेरा, मैं बंदा बेखरी। मानी माने तू तनी तेरा भरवासा, मानी माने तू तनी तेरा भरवासा, बिन सचे अन टेक है, बिन सचे अन टेक है, सो जानो काचा, सो जानो काचा, मैं बंदा बेखरी, मैं बंदा बेखरी, सच साहिब मेरा, सच साहिब मेरा, मैं बंदा बेखरी। तेरा हुक्म अपार है, कोई अंत न पाए, तेरा हुक्म अपार है, कोई अंत न पाए, जिस गुर पूरा पेट सी, जिस गुर पूरा पेट सी, सो चले राजा, सो चले राजा,
सच साहिब मेरा, सच साहिब मेरा, मैं बंदा बैखरी। चतुराई सियान पाक कथा मनाया, चतुराई सियान पाक कथा मनाया, तूठा साहिब जो देवे, साहिब जो देवे सोई सुख पाइए, सोई सुख पाइए, मैं बंदा बैखरी। मैं बंदा बैखरी, सच साहिब मेरा, सच साहिब मेरा, मैं बंदा बैखरी। जे लख करम कमाइए किछ पवे न बंदा, जे लख करम कमाइए किछ पवे न बंदा, जन नानक कीता नाम तर, जन नानक कीता नाम तर, होर छोड़िया धंधा, होर छोड़िया धंधा, मैं बंदा बैखरी। मैं बंदा बैखरी, सच साहिब मेरा, सच साहिब मेरा, मैं बंदा बैखरी। ਹਾਂਜੀ, ਇਹ ਸਨ ਭਾਈ ਜਸਵਿੰਦਰ ਸਿੰਘ ਜੀ, ਜਿਨ੍ਹਾਂ ਦੀ ਆਵਾਜ਼ ਦੇ ਵਿੱਚ ਅਸੀਂ ਸ਼ਬਦ ਸਰਵਣ ਕੀਤਾ ਤੇ ਇੱਥੇ ਹੀ ਅਸੀਂ ਆਪ ਤੋਂ ਵਿਦਾਇਗੀ ਲੈਂਦੇ ਹਾਂ। ਹੋਈਆਂ ਗਲਤੀਆਂ ਭੁੱਲਾਂ ਚੁੱਕਾਂ ਦੀ ਖਿਮਾ ਦੀ ਜਾਚਨਾ ਕਰਦੇ ਹੋਏ ਇੱਥੇ ਹੀ ਫਤਿਹ ਬੁਲਾਉਂਦੇ ਹਾਂ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇਸ ਅਗਲੇ ਸ਼ਬਦ ਦੇ ਦੂਜੇ ਪਾਰ ਅਸੀਂ ਆਪ ਜੀ ਨੂੰ ਲੈ ਚਲਾਂਗੇ ਗੁਰਦੁਆਰਾ ਗੁਰੂ ਤੇਗ ਬਹਾਦਰ ਸਾਹਿਬ, ਇੱਥੋਂ ਆਪ ਜੀ ਸਿੱਧਾ ਪ੍ਰਸਾਦ ਸਰਵਣ ਕਰੋਗੇ। गुण गोबिंद गायो नहीं, जन्म अकारथ कीन, कहो नानक हर भज मना, जह बिद जल को मीन। तरना पोयो ही गयो, लियो जरा तन जीत, कहो नानक पज हर मना, औध जात है